ਹੈਲੋ ਫਰੈਂਡਸ, ਮੈਂ ਕਰਮ ਸਵਾਗਤ ਕਰਦਾ ਜੀ ਤੁਹਾਡਾ ਸਭ ਦਾ ਪੰਜਾਬ ਐਜੂਕੇਸ਼ਨ ਚੈਨਲ ਬਾਈ ਕਰਮ ਉੱਪਰ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਮੁਗਲ ਵੰਸ਼ ਦੀ, ਜਿਸ ਦੀ ਸ਼ੁਰੂਆਤ ਭਾਰਤ ਦੇ ਵਿੱਚ ਹੁੰਦੀ ਹੈ ਬਾਬਰ ਦੀ ਐਂਟਰੀ ਦੇ ਨਾਲ। ਅੱਜ ਦੀ ਵੀਡੀਓ ਜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ, ਤਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਬਿਨਾਂ ਸਕਿਪ ਕੀਤੇ ਦੇਖਣਾ। ਅੱਜ ਦੀ ਵੀਡੀਓ ਸੀਟੈਟ, ਪੀਐਸਟੈਟ, ਮਾਸਟਰ ਕਾਰਡ, ਇਸ ਤੋਂ ਇਲਾਵਾ ਜਿੰਨੇ ਵੀ ਕੰਪੀਟੀਟਿਵ ਗਵਰਨਮੈਂਟ ਐਗਜ਼ਾਮ ਹੁੰਦੇ ਆ ਜੀ, ਜਿਸ ਦੇ ਵਿੱਚ ਹਿਸਟਰੀ ਆਉਂਦੀ ਆਪਾਂ ਨੂੰ, ਉਹਨਾਂ ਸਭ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ। ਇਹ ਵੀਡੀਓ ਆਪਾਂ ਇਸ ਟਾਈਪ ਨਾਲ ਡਿਜ਼ਾਈਨ ਕੀਤੀ ਹੈ ਜੀ ਕਿ ਤੁਸੀਂ ਇੱਕ ਵਾਰ ਇਹ ਵੀਡੀਓ ਨੂੰ ਦੇਖ ਲਓਗੇ ਤਾਂ ਤੁਸੀਂ ਕਦੇ ਵੀ ਪੂਰੀ ਜ਼ਿੰਦਗੀ ਇਸ ਟੌਪਿਕ ਨੂੰ ਨਹੀਂ ਭੁੱਲੋਗੇ, ਅਤੇ ਇਸ ਦੇ ਵਿੱਚੋਂ ਜਿੰਨੇ ਵੀ ਪ੍ਰਸ਼ਨ ਤੁਹਾਨੂੰ ਐਗਜ਼ਾਮ ਦੇ ਵਿੱਚ ਆਉਣਗੇ ਤੁਸੀਂ ਉਹਨਾਂ ਦੇ ਵਿੱਚੋਂ ਪੂਰੇ ਦੇ ਪੂਰੇ ਨੰਬਰ ਲੈ ਸਕਦੇ ਹੋ। ਇਹ ਵੀਡੀਓ ਇਸ ਟਾਈਪ ਦਾ ਜੀ ਕਿ ਤੁਸੀਂ ਇੱਕ ਵਾਰੀ ਦੇਖੋਗੇ ਅਤੇ ਇਸ ਨੂੰ ਕਦੇ ਵੀ ਭੁੱਲੋਗੇ ਨਹੀਂ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ, ਜੇਕਰ ਤੁਸੀਂ ਪੰਜਾਬ ਐਜੂਕੇਸ਼ਨ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪੰਜਾਬ ਐਜੂਕੇਸ਼ਨ ਚੈਨਲ ਨੂੰ ਤੁਸੀਂ ਹੁਣੇ ਸਬਸਕ੍ਰਾਈਬ ਕਰ ਲਓ, ਅਤੇ ਸਾਰੀਆਂ ਹੀ ਵੀਡੀਓਜ਼ ਦੇ ਜੀ ਫ੍ਰੀ ਆਫ ਕਾਸਟ PDF ਲੈਣ ਲਈ ਪੰਜਾਬ ਐਜੂਕੇਸ਼ਨ ਨੂੰ ਹੁਣ ਤੁਸੀਂ ਟੈਲੀਗ੍ਰਾਮ ਗਰੁੱਪ 'ਤੇ ਵੀ ਜੁਆਇਨ ਕਰ ਸਕਦੇ ਹੋ, ਜਿਸ ਦਾ ਲਿੰਕ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਇੱਕ ਗੱਲ ਜੀ ਤੁਹਾਡੇ ਸਭ ਨਾਲ ਸ਼ੇਅਰ ਕਰਨੀ ਹੈ ਕਿ ਆਪਣੇ ਚੈਨਲ ਦੇ ਉੱਤੇ ਲਗਭਗ ਜੀ 65% ਲੋਕ ਇੱਦਾਂ ਦੇ ਨੇ, ਇੱਦਾਂ ਦੇ ਸਟੂਡੈਂਟਸ ਨੇ ਜੋ ਵੀਡੀਓਜ਼ ਨੂੰ ਦੇਖਦੇ ਜ਼ਰੂਰ ਨੇ ਪਰ ਉਹ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ। ਉਹਨਾਂ ਸਭ ਅੱਗੇ ਜੀ ਰਿਕੁਐਸਟ ਆ ਕਿ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਿਉਂਕਿ ਹਰ ਇੱਕ ਵੀਡੀਓ ਨੂੰ ਜੀ ਬਣਾਉਣ ਦੇ ਉੱਪਰ, ਇਸ ਦੀ ਤਿਆਰੀ ਕਰਨ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ, ਅਤੇ ਤੁਹਾਡੇ ਸਭ ਲਈ ਜੀ ਬੈਸਟ ਤੋਂ ਬੈਸਟ ਚੀਜ਼ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਤੁਹਾਡਾ ਕੋਈ ਵੀ ਪੈਸਾ ਨਹੀਂ ਲੱਗੇਗਾ, ਤੁਹਾਨੂੰ ਫ੍ਰੀ ਦੇ ਵਿੱਚ ਹੀ ਸਾਰੀਆਂ ਵੀਡੀਓਜ਼ ਮਿਲਣਗੀਆਂ। ਇਸ ਤੋਂ ਇਲਾਵਾ ਜੀ ਤੁਹਾਨੂੰ ਸਾਰੀਆਂ ਵੀਡੀਓਜ਼ ਦੇ PDF ਵੀ ਫ੍ਰੀ ਦੇ ਵਿੱਚ ਮਿਲ ਰਹੇ ਆ। ਇਸ ਲਈ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਜੇਕਰ ਵੀਡੀਓ ਚੰਗੀ ਲੱਗਦੀ ਹੈ ਤਾਂ ਜੀ ਵੀਡੀਓ ਨੂੰ ਆਪਣੇ ਫਰੈਂਡਸ ਨਾਲ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ। ਅਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ, ਤੇ ਜਾਣਦੇ ਹਾਂ ਕਿ ਭਾਰਤ ਦੇ ਉੱਪਰ ਸਭ ਤੋਂ ਲੰਮਾ ਸਮਾਂ ਰਾਜ ਕਰਨ ਵਾਲਾ ਜੋ ਮੁਗਲ ਵੰਸ਼ ਹੈ ਇਹ ਕਿਸ ਤਰ੍ਹਾਂ ਸ਼ੁਰੂ ਹੋਇਆ ਅਤੇ ਕਿਸ ਤਰ੍ਹਾਂ ਇਸ ਦੀ ਸ਼ੁਰੂਆਤ ਹੋਈ, ਕੀ ਉਦੋਂ ਹਾਲਾਤ ਸੀ ਭਾਰਤ ਦੇ ਵਿੱਚ ਜਿਸ ਸਮੇਂ ਬਾਬਰ ਦੀ ਭਾਰਤ ਦੇ ਵਿੱਚ ਐਂਟਰੀ ਹੁੰਦੀ ਹੈ। ਸਭ ਤੋਂ ਪਹਿਲਾਂ ਵੇਖ ਲੈਂਦੇ ਹਾਂ ਜੀ ਉਹਨਾਂ ਮੇਨ ਪੁਆਇੰਟਸ ਨੂੰ ਜਿਨ੍ਹਾਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਵਰ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਆਪਾਂ ਵੇਖਾਂਗੇ ਜੀ ਕਿ ਮੁਗਲ ਵੰਸ਼ ਹੈ ਕੀ, ਇਹ ਕਿੰਨਾ ਜਾਤੀਆਂ ਤੋਂ ਮਿਲ ਕੇ ਬਣਿਆ ਗਿਆ, ਇਹਦੀ ਸ਼ੁਰੂਆਤ ਕਿੱਥੇ ਹੋਈ ਹੈ, ਇਸ ਦੇ ਬਾਰੇ ਗੱਲ ਕਰਾਂਗੇ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੀ ਮੁਗਲ ਕਾਲ ਅਤੇ ਉੱਤਰ ਮੁਗਲ ਕਾਲ ਦੇ ਸ਼ਾਸਕਾਂ ਬਾਰੇ। ਮੁਗਲ ਕਾਲ ਜੋ ਚੱਲਿਆ ਜੀ, ਇਹ ਚੱਲਿਆ 1526 ਈਸਵੀ ਤੋਂ ਲੈ ਕੇ, ਜਦੋਂ ਬਾਬਰ ਭਾਰਤ ਦੇ ਵਿੱਚ ਐਂਟਰੀ ਕਰਦਾ ਉਸ ਸਮੇਂ ਤੋਂ ਲੈ ਕੇ ਇਹ ਚੱਲਿਆ ਸੀ 1857 ਈਸਵੀ ਤੱਕ। ਇੰਨੇ ਲੰਮੇ ਸਮੇਂ ਨੂੰ ਜੀ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ। ਇੱਕ ਨੂੰ ਕਿਹਾ ਜਾਂਦਾ ਹੈ ਮੁਗਲ ਕਾਲ, ਜੋ ਇੱਕ ਸ਼ਕਤੀਸ਼ਾਲੀ ਸ਼ਾਸਕਾਂ ਦਾ ਕਾਲ ਸੀ, ਅਤੇ ਜੋ ਹੈ ਉੱਤਰ ਮੁਗਲ ਕਾਲ, ਉਸ ਦੇ ਵਿੱਚ ਜੋ ਮੁਗਲ ਕਾਲ ਦੇ ਸ਼ਾਸਕ ਹੋਇਆ ਉਹ ਇੰਨੇ ਜ਼ਿਆਦਾ ਸ਼ਕਤੀਸ਼ਾਲੀ ਨਹੀਂ ਸੀ, ਉਹਨਾਂ ਦਾ ਰਾਜ ਸੀ ਜੋ ਉਹ ਪਹਿਲਾਂ ਨਾਲੋਂ ਘੱਟ ਸ਼ਕਤੀਸ਼ਾਲੀ ਸੀ। ਇਸ ਚਾਰਟ ਦੇ ਬਾਰੇ ਗੱਲ ਕਰਨ ਤੋਂ ਬਾਅਦ ਆਪਾਂ ਵੇਖਾਂਗੇ ਜੀ ਬਾਬਰ ਦੇ ਜਨਮ ਬਾਰੇ ਅਤੇ ਉਹ ਕਿਸ ਤਰ੍ਹਾਂ ਸ਼ਾਸਕ ਬਣਿਆ, ਇਸ ਦੇ ਬਾਰੇ ਗੱਲ ਕਰਾਂਗੇ। ਇਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਬਾਬਰ ਦੇ ਜੀਵਨ ਦੇ ਜੋ ਆਰੰਭਿਕ ਸੰਘਰਸ਼ ਸੀ, ਜੋ ਉਹਦੀਆਂ ਸਟਾਰਟਿੰਗ ਦੀਆਂ ਲੜਾਈਆਂ ਸੀ, ਉਸ ਦੇ ਸ਼ਾਸਕ ਬਣਨ ਦੇ ਬਾਅਦ ਦੀਆਂ ਉਹ ਕਿਹੜੀਆਂ ਸੀ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੀ ਭਾਰਤ ਦੇ ਜੋ ਆਰੰਭਿਕ ਹਮਲੇ ਕੀਤੇ ਗਏ ਆ ਬਾਬਰ ਦੁਆਰਾ, ਭਾਰਤ ਦੇ ਸਟਾਰਟਿੰਗ 'ਤੇ ਕਿਹੜੇ ਜਗ੍ਹਾ 'ਤੇ ਹਮਲੇ ਕੀਤੇ ਗਏ ਬਾਬਰ ਦੇ ਦੁਆਰਾ, ਉਹਨਾਂ ਬਾਰੇ ਗੱਲਬਾਤ ਕਰਾਂਗੇ। ਅਤੇ ਇਸ ਤੋਂ ਬਾਅਦ ਆਪਾਂ ਦੇਖਾਂਗੇ ਜੀ ਕਿ ਬਾਬਰ ਦੇ ਦੁਆਰਾ ਜੋ ਭਾਰਤ ਦੇ ਅੰਦਰੂਨੀ ਭਾਗਾਂ ਨੂੰ ਜਿੱਤਿਆ ਗਿਆ, ਉਹ ਜਿੱਤਾਂ ਕਿਹੜੀਆਂ ਸੀ ਜਿਨ੍ਹਾਂ ਦੇ ਨਾਲ ਭਾਰਤ ਦੇ ਵਿੱਚ ਮੁਗਲ ਵੰਸ਼ ਦੀ ਸ਼ੁਰੂਆਤ ਹੋਈ ਹੈ। ਮੁਗਲ ਵੰਸ਼ ਦੀ ਸਥਾਪਨਾ ਕਿਸ ਤਰ੍ਹਾਂ ਹੋਈ ਹੈ, ਇਸ ਦੇ ਬਾਰੇ ਡਿਟੇਲ ਨਾਲ ਗੱਲ ਕਰਾਂਗੇ। ਅਤੇ ਅੰਤ ਦੇ ਵਿੱਚ ਆਪਾਂ ਜਾਣਾਂਗੇ ਕਿ ਬਾਬਰ ਦੀ ਮੌਤ ਜੋ 1530 ਈਸਵੀ ਨੂੰ ਹੋਈ ਹੈ ਉਹ ਕਿਵੇਂ ਹੋਈ ਸੀ। ਇਹ ਸਾਰੇ ਪੁਆਇੰਟਸ ਨੂੰ ਜੀ ਆਪਾਂ ਇੱਕ ਇੱਕ ਕਰਕੇ ਡਿਟੇਲ ਦੇ ਨਾਲ ਡਿਸਕਸ ਕਰਾਂਗੇ। ਇਹ ਜੋ ਤੁਸੀਂ ਨਾਲ ਜੀ ਇੱਥੇ ਇੱਕ ਫਲੈਗ ਦੇਖ ਰਹੇ ਹੋ, ਇਹ ਮੁਗਲ ਵੰਸ਼ ਦਾ ਫਲੈਗ ਹੈ, ਇਹ ਉਹਨਾਂ ਦਾ ਰਾਸ਼ਟਰੀ ਝੰਡਾ ਸੀ ਜੋ ਉਹ ਯੂਜ਼ ਕਰਦੇ ਸੀ। ਹੁਣ ਆਪਾਂ ਇੱਕ ਇੱਕ ਕਰਕੇ ਜਿਹਨਾਂ ਪੁਆਇੰਟਸ ਨੂੰ ਡਿਟੇਲ ਦੇ ਨਾਲ ਜਾਣਦੇ ਹਾਂ। ਹੁਣ ਆਪਾਂ ਗੱਲ ਕਰਦੇ ਹਾਂ ਜੀ ਕਿ ਮੁਗਲ ਵੰਸ਼ ਹੈ ਕੀ। ਮੁਗਲ ਵੰਸ਼ ਦੀ ਸ਼ੁਰੂਆਤ ਭਾਰਤ ਦੇ ਵਿੱਚ ਬਾਬਰ ਨੇ ਕੀਤੀ ਹੈ। ਇਹ ਹੋਈ ਸੀ ਜੀ ਪਾਣੀਪਤ ਦੀ ਪਹਿਲੀ ਲੜਾਈ ਦੇ ਨਾਲ। ਪਾਣੀਪਤ ਦੀ ਪਹਿਲੀ ਲੜਾਈ ਦਾ ਸਮਾਂ ਸੀ 21 ਅਪ੍ਰੈਲ 1526। ਇਹ ਪੂਰਾ ਤੁਸੀਂ ਸਮਾਂ ਯਾਦ ਰੱਖਣਾ ਜੀ, ਨਾਲ ਮਹੀਨਾ ਕਿਹੜਾ ਸੀ, ਕਿੰਨੀ ਤਰੀਕ ਸੀ, ਇਹ ਜ਼ਰੂਰ ਯਾਦ ਰੱਖਣਾ। ਇਹ ਕਈ ਵਾਰੀ ਪੁੱਛਿਆ ਜਾਂਦਾ ਆਪਣੇ ਤੋਂ। 21 ਅਪ੍ਰੈਲ 1526 ਈਸਵੀ ਦੇ ਵਿੱਚ ਜਦੋਂ ਪਾਣੀਪਤ ਦੀ ਪਹਿਲੀ ਲੜਾਈ ਹੁੰਦੀ ਹੈ, ਅਤੇ ਇਸ ਦੇ ਵਿੱਚ ਜੋ ਬਾਬਰ ਹੈ ਜੀ ਇਬਰਾਹਿਮ ਲੋਧੀ ਨੂੰ ਹਰਾ ਦਿੰਦਾ ਹੈ। ਇਬਰਾਹਿਮ ਲੋਧੀ ਨੂੰ ਮਾਰ ਕੇ ਇੱਥੇ ਲੋਧੀ ਵੰਸ਼ ਦਾ ਖਾਤਮਾ ਕਰ ਦਿੰਦਾ ਹੈ, ਅਤੇ ਇਸੇ ਦੇ ਨਾਲ ਹੀ ਜੋ ਭਾਰਤ ਦੇ ਵਿੱਚ ਮੁਗਲ ਵੰਸ਼ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਮੁਗਲ ਵੰਸ਼ ਦੀ ਸ਼ੁਰੂਆਤ ਇਸ ਸਮੇਂ ਤੋਂ ਹੋਈ ਸੀ ਜੋ ਸੀ 21 ਅਪ੍ਰੈਲ 1526। ਇਹ ਡੇਟ ਜ਼ਰੂਰ ਯਾਦ ਰੱਖਣੀ ਹੈ ਜੀ ਤੁਸੀਂ। ਹੁਣ ਆਪਾਂ ਜਾਣਦੇ ਹਾਂ ਕਿ ਮੁਗਲ ਵੰਸ਼ ਹੈ ਕੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਕਿ ਮੁਗਲ ਦਾ ਸ਼ਾਬਦਿਕ ਅਰਥ ਕੀ ਨਿਕਲਦਾ ਗਾ। ਜੇ ਆਪਾਂ ਉਸ ਵਰਡ ਦਾ ਹੀ ਅਰਥ ਦੇਖਦੇ ਹਾਂ ਤਾਂ ਉਹ ਕੀ ਹੈ, ਇਸ ਦਾ ਅਰਥ ਹੈ ਜੀ ਬਹਾਦਰ। ਹੁਣ ਆਪਾਂ ਜਾਣਦੇ ਹਾਂ ਕਿ ਮੁਗਲ ਜਾਤੀ ਕਿਵੇਂ ਹੋਣ ਦੇ ਵਿੱਚ ਆਈ। ਮੁਗਲ ਜਾਤੀ ਦੋ ਜਾਤੀਆਂ ਤੋਂ ਮਿਸ਼ਰਣ ਤੋਂ ਬਣੀ ਹੋਈ ਹੈ, ਦੋ ਜਾਤੀਆਂ ਤੋਂ ਮਿਲ ਕੇ ਬਣੀ ਹੋਈ ਹੈ। ਇਹ ਕਿਹੜੀਆਂ ਜਾਤੀਆਂ ਤੋਂ ਮਿਲ ਕੇ ਬਣੀ ਹੈ? ਇਹ ਬਣੀ ਹੈ ਜੀ ਤੁਰਕ ਪਲੱਸ ਮੰਗੋਲ, ਯਾਨੀ ਕਿ ਤੁਰਕ ਅਤੇ ਮੰਗੋਲ ਜਾਤੀਆਂ ਤੋਂ ਮਿਲ ਕੇ ਬਣੀ ਹੋਈ ਜਾਤੀ ਨੂੰ ਹੀ ਮੁਗਲ ਜਾਤੀ ਕਿਹਾ ਜਾਂਦਾ, ਜਿਸ ਦਾ ਅਰਥ ਹੁੰਦਾ ਹੈ ਬਹਾਦਰ। ਤੁਰਕ ਲੋਕ ਉਹ ਹੁੰਦੇ ਨੇ ਜੋ ਤੈਮੂਰ ਦੇ ਵੰਸ਼ਜ ਹੁੰਦੇ ਨੇ, ਅਤੇ ਮੰਗੋਲ ਲੋਕ ਉਹਨਾਂ ਨੂੰ ਕਿਹਾ ਜਾਂਦਾ, ਮੰਗੋਲ ਜਾਤੀ ਉਹਨਾਂ ਨੂੰ ਕਿਹਾ ਜਾਂਦਾ ਜੋ ਚੰਗੇਜ਼ ਖਾਂ ਦੇ ਵੰਸ਼ਜ ਹੁੰਦੇ ਨੇ। ਯਾਨੀ ਕਿ ਤੈਮੂਰ ਅਤੇ ਚੰਗੇਜ਼ ਦੇ ਵੰਸ਼ਜਾਂ ਤੋਂ ਜੋ ਮਿਲ ਕੇ ਜਾਤੀ ਬਣਦੀ ਹੈ ਉਸੇ ਨੂੰ ਹੀ ਮੁਗਲ ਜਾਤੀ ਕਿਹਾ ਜਾਂਦਾ ਹੈ।
ਪਰ ਬਾਬਰ ਸੀ ਜੋ ਆਪਣੇ ਆਪ ਨੂੰ ਵਧੇਰੇ ਤੈਮੂਰ ਦਾ ਵੰਸ਼ਜ ਮੰਨਦਾ ਸੀ। ਜੋ ਮੁਗਲ ਵੰਸ਼ ਹੈ ਜੀ, ਇਸ ਨੇ ਭਾਰਤ ਦੇ ਉੱਪਰ ਬਹੁਤ ਹੀ ਜ਼ਿਆਦਾ ਲੰਮੇ ਸਮੇਂ ਤੱਕ ਰਾਜ ਕੀਤਾ। ਇਸ ਨੇ ਲਗਭਗ ਜੀ 1526 ਈਸਵੀ ਤੋਂ ਲੈ ਕੇ 1857 ਈਸਵੀ ਤੱਕ ਭਾਰਤ ਦੇ ਉੱਪਰ ਰਾਜ ਕਰਨ ਵਾਲਾ ਇਹ ਵੰਸ਼ ਰਿਹਾ, ਯਾਨੀ ਕਿ ਇਸ ਨੇ ਬਹੁਤ ਜ਼ਿਆਦਾ ਲੰਮੇ ਸਮੇਂ ਤੱਕ ਭਾਰਤ ਦੀ ਹਿਸਟਰੀ ਉੱਪਰ ਆਪਣਾ ਪ੍ਰਭਾਵ ਪਾਇਆ ਹੈ। ਮੁਗਲ ਜਾਤੀ ਕੀ ਹੈ ਜਾਣਨ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਜੀ ਮੁਗਲ ਵੰਸ਼ ਦੇ ਵੰਸ਼ ਚਾਰਟ ਬਾਰੇ। ਮੁਗਲ ਵੰਸ਼ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ। ਪਹਿਲਾ ਹੈ ਜੀ ਮੁਗਲ ਕਾਲ, ਜਿਸ ਦਾ ਸਮਾਂ ਹੈ 1526 ਤੋਂ ਲੈ ਕੇ 1707 ਈਸਵੀ ਤੱਕ ਦਾ, ਅਤੇ ਦੂਸਰਾ ਹੈ ਜੀ ਉੱਤਰ ਮੁਗਲ ਕਾਲ, ਜਿਸ ਦਾ ਸਮਾਂ ਹੈ 1707 ਤੋਂ ਲੈ ਕੇ 1857 ਈਸਵੀ ਤੱਕ ਦਾ। ਇਸ ਦੇ ਵਿੱਚ ਜੋ ਪਹਿਲਾ ਮੁਗਲ ਕਾਲ ਪਾਰਟ ਆ ਜਾਂਦਾ ਹੈ ਜੀ, ਜਿਹੜਾ 1526 ਤੋਂ ਲੈ ਕੇ 1707 ਈਸਵੀ ਤੱਕ ਦਾ, ਇਹ ਜ਼ਿਆਦਾ ਇੰਪੋਰਟੈਂਟ ਹੈ। ਇਸ ਦੇ ਵਿੱਚ ਜੋ ਸ਼ਾਸਕ ਹੋਏ ਨੇ ਬਹੁਤ ਹੀ ਜ਼ਿਆਦਾ ਇਹਨਾਂ ਦਾ ਪ੍ਰਭਾਵ ਰਿਹਾ ਹੈ ਭਾਰਤ ਦੀ ਹਿਸਟਰੀ ਉੱਪਰ, ਇਹ ਜ਼ਿਆਦਾ ਸ਼ਕਤੀਸ਼ਾਲੀ ਹੋਏ ਨੇ। ਪਰ ਜੋ ਉੱਤਰ ਮੁਗਲ ਕਾਲ ਦਾ ਸਮਾਂ ਹੈ ਜੀ, ਇਸ ਸਮੇਂ ਭਾਰਤ ਦੇ ਵਿੱਚ ਅੰਗਰੇਜ਼ਾਂ ਦੀ ਐਂਟਰੀ ਹੋ ਜਾਂਦੀ ਹੈ ਅਤੇ ਉਹ ਸ਼ਕਤੀ ਦੇ ਵਿੱਚ ਜ਼ਿਆਦਾ ਇਹਨਾਂ ਦੇ ਨਾਲੋਂ ਆਪਾਂ ਕਹਿ ਸਕਦੇ ਹਾਂ ਕਿ ਜ਼ਿਆਦਾ ਸ਼ਕਤੀਸ਼ਾਲੀ ਹੁੰਦੇ ਨੇ, ਜ਼ਿਆਦਾ ਤਾਕਤਵਰ ਹੁੰਦੇ ਨੇ। ਅਤੇ ਉਸ ਸਮੇਂ ਜੋ ਸ਼ਾਸਕ ਮੁਗਲ ਕਾਲ ਦੇ ਵਿੱਚ ਹੋਏ ਨੇ ਉਹ ਇੰਨੇ ਜ਼ਿਆਦਾ ਜੀ ਪ੍ਰਭਾਵਕਾਰੀ ਨਹੀਂ ਹੋਏ ਭਾਰਤ ਦੀ ਹਿਸਟਰੀ ਲਈ, ਜਾਂ ਉਹਨਾਂ ਬਾਰੇ ਆਪਾਂ ਨੂੰ ਘੱਟ ਪ੍ਰਸ਼ਨ ਪੁੱਛੇ ਜਾਂਦੇ ਨੇ। ਹੁਣ ਆਪਾਂ ਇਹਨਾਂ ਦੇ ਇੱਕ ਵਾਰੀ ਜੀ ਨਾਮ ਜਾਣ ਲੈਂਦੇ ਹਾਂ, ਇਹਨਾਂ ਦੇ ਚਾਰਟ ਨੂੰ ਦੇਖ ਲੈਂਦੇ ਹਾਂ ਕਿ ਕਿਹੜਾ ਸ਼ਾਸਕ ਕਿਸ ਸਮੇਂ ਆਇਆ ਅਤੇ ਕਿਸ ਦੇ ਬਾਅਦ ਕਿਸ ਦਾ ਨੰਬਰ ਆਇਆ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਇੱਥੇ ਮੁਗਲ ਕਾਲ ਦੇ ਪਹਿਲੇ ਸ਼ਾਸਕ ਦੀ, ਜੋ ਸੀ ਬਾਬਰ, ਅਤੇ ਇਸ ਦਾ ਸਮਾਂ ਸੀ ਜੀ 1526 ਤੋਂ ਲੈ ਕੇ 1530 ਈਸਵੀ ਤੱਕ ਦਾ। ਇਸ ਤੋਂ ਬਾਅਦ ਜੋ ਅਗਲਾ ਸ਼ਾਸਕ ਆਉਂਦਾ ਹੈ ਜੀ, ਉਸ ਦਾ ਨਾਂ ਹੈ ਹਿਮਾਯੂ, ਅਤੇ ਇਸ ਦਾ ਸਮਾਂ ਸੀ ਜੀ 1530 ਤੋਂ ਲੈ ਕੇ 1540 ਈਸਵੀ ਤੱਕ ਦਾ। ਇੱਕ ਵਾਰ ਇਸ ਦਾ ਰਾਜ 1530 ਤੋਂ 40 ਈਸਵੀ ਤੱਕ ਰਹਿੰਦਾ ਹੈ। ਇਸ ਤੋਂ ਬਾਅਦ ਜੀ ਵਿਚਾਲੇ ਇਸ ਦਾ ਰਾਜ ਇੱਕ ਵਾਰ ਖਤਮ ਹੁੰਦਾ ਹੈ। ਉਹ ਕਿਉਂ ਹੁੰਦਾ ਹੈ ਉਹ ਵੀ ਆਪਾਂ ਆਉਣ ਵਾਲੀਆਂ ਅੱਗੇ ਵਾਲੀਆਂ ਵੀਡੀਓਜ਼ ਦੇ ਵਿੱਚ ਜਾਣਾਂਗੇ। ਅਤੇ ਫਿਰ ਤੋਂ ਇਹ ਰਾਜਾ ਬਣਦਾ ਹੈ ਜੀ 1555 ਤੋਂ ਲੈ ਕੇ 1556 ਈਸਵੀ ਤੱਕ। ਇਸ ਤੋਂ ਬਾਅਦ ਜੋ ਤੀਸਰੇ ਨੰਬਰ 'ਤੇ ਸ਼ਾਸਕ ਆਉਂਦਾ ਹੈ ਜੀ, ਉਹ ਸੀ ਅਕਬਰ, ਅਤੇ ਅਕਬਰ ਦਾ ਸ਼ਾਸਨ ਕਰਨ ਦਾ ਸਮਾਂ ਸੀ ਜੀ 1556 ਈਸਵੀ ਤੋਂ ਲੈ ਕੇ 1605 ਈਸਵੀ ਤੱਕ ਦਾ। ਇਸ ਤੋਂ ਬਾਅਦ ਜੋ ਅਗਲਾ ਸ਼ਾਸਕ ਆਉਂਦਾ ਜੀ, ਉਸ ਦਾ ਨਾਮ ਸੀ ਜਹਾਂਗੀਰ, ਅਤੇ ਇਸ ਦਾ ਸਮਾਂ ਸੀ ਜੀ 1605 ਤੋਂ ਲੈ ਕੇ 1627 ਈਸਵੀ ਤੱਕ ਦਾ। ਜਹਾਂਗੀਰ ਤੋਂ ਬਾਅਦ ਜੋ ਅਗਲਾ ਸ਼ਾਸਕ ਆਉਂਦਾ ਹੈ ਜੀ, ਜੋ 5ਵੇਂ ਨੰਬਰ 'ਤੇ ਸ਼ਾਸਕ ਆਉਂਦਾ ਹੈ, ਉਸ ਦਾ ਨਾਮ ਸੀ ਸ਼ਾਹਜਹਾਂ, ਅਤੇ ਇਸ ਦਾ ਸਮਾਂ ਸੀ ਜੀ 1628 ਤੋਂ ਲੈ ਕੇ 1658 ਈਸਵੀ ਤੱਕ ਦਾ। ਅਤੇ 6ਵੇਂ ਨੰਬਰ 'ਤੇ ਜੋ ਸ਼ਾਸਕ ਆਉਂਦਾ ਜੀ, ਜਿਸ ਦਾ ਨਾਮ ਸੀ ਔਰੰਗਜ਼ੇਬ, ਜੋ ਇੱਕ ਸ਼ਕਤੀਸ਼ਾਲੀ ਸ਼ਾਸਕ ਸੀ। ਇਹ ਪਹਿਲੇ ਜੋ 6 ਸ਼ਾਸਕ ਹੋਇਆ ਜੀ, ਇਹ ਸਾਰੇ ਬਹੁਤ ਸ਼ਕਤੀਸ਼ਾਲੀ ਸੀ। ਇਸ ਦੇ ਵਿੱਚ ਜੋ ਔਰੰਗਜ਼ੇਬ ਦਾ ਸਮਾਂ ਹੈ ਜੀ, ਇਸ ਦੀ ਗੱਲ ਕਰੀਏ ਤਾਂ ਇਹ ਸੀ 1658 ਤੋਂ ਲੈ ਕੇ 1707 ਈਸਵੀ ਤੱਕ ਦਾ। ਇਹਨਾਂ ਦੇ ਬਾਰੇ ਜੀ ਆਪਾਂ ਸਾਰੀਆਂ ਵੀਡੀਓਜ਼ ਨੈਕਸਟ ਹੁਣ ਆਪਣੀਆਂ ਆਉਣਗੀਆਂ, ਇਹਨਾਂ ਦੇ ਵਿੱਚ ਆਪਾਂ ਕਾਫੀ ਡਿਟੇਲ ਦੇ ਨਾਲ ਗੱਲ ਕਰਾਂਗੇ। ਹੁਣ ਆਪਾਂ ਵੇਖ ਲੈਂਦੇ ਹਾਂ ਜੀ ਕਿ ਉੱਤਰ ਮੁਗਲ ਕਾਲ, ਜਿਸ ਦਾ ਸਮਾਂ ਸੀ 1707 ਤੋਂ ਲੈ ਕੇ 1857 ਈਸਵੀ ਦਾ, ਇਸ ਦੇ ਵਿੱਚ ਕਿਹੜੇ ਕਿਹੜੇ ਸ਼ਾਸਕ ਹੋਏ ਆ। ਇੱਥੇ ਜੀ ਕਿਸੇ ਵੀ ਸਟੂਡੈਂਟ ਨੂੰ ਘਬਰਾਉਣ ਦੀ ਜਾਂ ਆਪਾਂ ਕਹਿ ਸਕਦੇ ਵੀ ਕਨਫਿਊਜ਼ ਹੋਣ ਦੀ ਜ਼ਰੂਰਤ ਨਹੀਂ, ਕਿਉਂਕਿ ਇਹ ਸਿਰਫ ਜੋ ਇੱਥੇ ਤੁਹਾਨੂੰ ਸ਼ਾਸਕਾਂ ਦੇ ਨਾਮ ਦਿੱਤੇ ਗਏ ਹੈ, ਇਹ ਇੱਕ ਤੁਹਾਨੂੰ ਆਈਡੀਆ ਲਈ ਦਿਖਾਇਆ ਗਿਆ ਕਿ ਇਸ ਵੰਸ਼ ਦੇ ਵਿੱਚ ਟੋਟਲ ਕਿੰਨੇ ਸ਼ਾਸਕ ਹੋਏ ਸੀ। ਇਹਨਾਂ ਦੀ ਆਪਾਂ ਨੂੰ ਸਾਰੇ ਸੀਕੁਐਂਸ ਦੀ ਯਾਦ ਰੱਖਣ ਦੀ ਜ਼ਰੂਰਤ ਨਹੀਂ, ਇਹ ਨਹੀਂ ਯਾਦ ਰੱਖਣ ਦੀ ਜ਼ਰੂਰਤ ਵੀ ਕਿਸ ਦੇ ਬਾਅਦ ਕੌਣ ਆਇਆ ਸੀ। ਇਹ ਜਦੋਂ ਆਪਾਂ ਇੱਕ ਇੱਕ ਕਰਕੇ ਵੀਡੀਓਜ਼ ਨੂੰ ਡਿਟੇਲ ਨਾਲ ਕਰਾਂਗੇ ਨਾ ਇਕੱਲੇ ਇਕੱਲੇ ਸ਼ਾਸਕ ਦੀਆਂ, ਤਦੋਂ ਆਪਾਂ ਨੂੰ ਇਹ ਸਾਰਾ ਯਾਦ ਆ ਜਾਏਗਾ। ਇਸ ਦੇ ਵਿੱਚ ਜੋ ਮੁਗਲ ਕਾਲ ਆ, ਪਹਿਲੇ 6 ਸ਼ਾਸਕ ਆ, ਇਸ ਦੇ ਵਿੱਚ ਹੀ ਜ਼ਿਆਦਾ ਇੰਪੋਰਟੈਂਟ ਸ਼ਾਸਕ ਆ, ਅਤੇ ਇਹਨਾਂ ਦੇ ਸੀਕੁਐਂਸ ਨੂੰ ਹੀ ਆਪਾਂ ਨੂੰ ਯਾਦ ਰੱਖਣ ਦੀ ਜ਼ਰੂਰਤ ਆ। ਇਸ ਤੋਂ ਬਾਅਦ ਜੋ ਉੱਤਰ ਮੁਗਲ ਕਾਲ ਆ ਜੀ, ਇਸ ਦੇ ਤਾਂ ਸ਼ਾਸਕਾਂ ਬਾਰੇ ਜ਼ਿਆਦਾ ਆਪਾਂ ਨੂੰ ਪ੍ਰਸ਼ਨ ਆਉਂਦੇ ਨਹੀਂ, ਇਹਨਾਂ ਵਿੱਚੋਂ ਜੋ ਇੰਪੋਰਟੈਂਟ ਹੋਏਗਾ ਉਹ ਤੁਹਾਨੂੰ ਮੈਂ ਕਰਵਾ ਦਾਂਗਾ। ਇੱਕ ਵਾਰੀ ਆਪਾਂ ਹੁਣ ਉੱਤਰ ਮੁਗਲ ਕਾਲ ਦੇ ਜਿਹੜੇ ਸ਼ਾਸਕ ਆ, ਉਹਨਾਂ ਦੇ ਨਾਮ ਅਤੇ ਉਹਨਾਂ ਦੇ ਸਮਾਂ ਨੂੰ ਵੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਜੋ ਉੱਤਰ ਮੁਗਲ ਕਾਲ ਦੇ ਵਿੱਚ ਸ਼ਾਸਕ ਹੋਇਆ ਜੀ, ਇਸ ਦਾ ਨਾਮ ਸੀ ਬਹਾਦਰ ਸ਼ਾਹ ਪਹਿਲਾ, ਅਤੇ ਇਸ ਦਾ ਸਮਾਂ ਸੀ ਜੀ 1707 ਤੋਂ ਲੈ ਕੇ 1712 ਈਸਵੀ ਤੱਕ ਦਾ। ਜੋ ਦੂਸਰੇ ਨੰਬਰ 'ਤੇ ਸ਼ਾਸਕ ਆਉਂਦਾ ਜੀ, ਉਸ ਦਾ ਨਾਮ ਸੀ ਜਹਾਂਦਾਰ ਸ਼ਾਹ, ਇਸ ਦਾ ਸ਼ਾਸਨ ਦਾ ਸਮਾਂ ਸੀ ਜੀ 1712 ਤੋਂ ਲੈ ਕੇ 1713 ਈਸਵੀ ਤੱਕ ਦਾ। ਫਿਰ ਆ ਜਾਂਦਾ ਹੈ ਜੀ ਤੀਸਰੇ ਨੰਬਰ 'ਤੇ ਫੁਰਖਸ਼ੀਰ, ਇਸ ਸ਼ਾਸਕ ਦਾ ਸਮਾਂ ਸੀ ਜੀ 1713 ਤੋਂ ਲੈ ਕੇ 1719 ਈਸਵੀ ਤੱਕ ਦਾ। ਫਿਰ ਜੋ ਚੌਥੇ ਨੰਬਰ 'ਤੇ ਸ਼ਾਸਕ ਆਉਂਦਾ ਜੀ, ਉਸ ਦਾ ਨਾਮ ਸੀ ਰਫੀ ਉਦ ਦਰਜਾਤ, ਇਹਦਾ ਸਮਾਂ ਸੀ ਜੀ 1719 ਈਸਵੀ ਦੇ ਵਿੱਚ। ਇਹ ਉਸੇ ਸਾਲ ਦੇ ਵਿੱਚ ਸ਼ਾਸਕ ਬਣਦਾ ਹੈ ਅਤੇ ਉਸੇ ਦੇ ਵਿੱਚ ਹੀ ਇਹ ਗੱਦੀ ਤੋਂ ਉਤਰ ਜਾਂਦਾ ਹੈ। ਇਹ ਕੁਝ ਇਸ ਪ੍ਰਕਾਰ ਦੇ ਸ਼ਾਸਕ ਹੈ ਜੀ, ਜਿਨ੍ਹਾਂ ਦੇ ਆਪਾਂ ਨਾਮ ਵੀ ਆਈ ਥਿੰਕ ਫਸਟ ਵਾਰ ਸੁਣ ਰਹੇ ਹਾਂ। ਮੈਂ ਤਾਂ ਫਸਟ ਵਾਰ ਪੜ੍ਹ ਰਿਹਾ ਜੀ, ਮੈਂ ਖੁਦ ਵੀਡੀਓਜ਼ ਬਣਾ ਰਿਹਾ, ਲੇਕਿਨ ਮੈਂ ਵੀ ਇਹ ਕਦੇ ਨਾਂ ਨਹੀਂ ਪੜ੍ਹਿਆ ਸੀ। ਇਸ ਤੋਂ ਬਾਅਦ ਜੋ ਅਗਲਾ ਸ਼ਾਸਕ ਆਉਂਦਾ ਜੀ, ਇਸ ਦਾ ਨਾਮ ਸੀ ਸ਼ਾਹਜਹਾਂ ਦੂਜਾ, ਜਿਸ ਨਾਲ 1-2 ਨੰਬਰ ਪਾਇਆ ਗਿਆ ਜੀ। ਇਹ ਪਹਿਲਾ ਜਾਂ ਦੂਜਾ ਜੋ ਬੋਲਿਆ ਜਾਂਦਾ, ਉਸ ਨੂੰ ਹੀ ਸ਼ਾਰਟ ਦੇ ਵਿੱਚ ਆਪਾਂ ਨੇ ਲਿਖਤਾ ਹੈ। ਅਤੇ ਸ਼ਾਹਜਹਾਂ ਦੂਜੇ ਦਾ ਸਮਾਂ ਸੀ ਜੀ 1719, ਇਹ ਵੀ 1719 ਦੇ ਵਿੱਚ ਹੀ ਚਲਾ ਗਿਆ। ਇਸ ਤੋਂ ਬਾਅਦ ਜੋ 6ਵੇਂ ਨੰਬਰ 'ਤੇ ਅਗਲਾ ਸ਼ਾਸਕ ਆਉਂਦਾ ਜੀ, ਇਸ ਦਾ ਨਾਮ ਸੀ ਅਹਿਮਦ ਸ਼ਾਹ ਬਹਾਦਰ, ਅਤੇ ਇਸ ਦਾ ਸਮਾਂ ਸੀ ਜੀ 1728 ਤੋਂ ਲੈ ਕੇ 1754 ਈਸਵੀ ਤੱਕ ਦਾ। ਜੋ 7ਵੇਂ ਨੰਬਰ 'ਤੇ ਸ਼ਾਸਕ ਆਉਂਦਾ ਹੈ ਜੀ, ਇਸ ਦਾ ਨਾਮ ਸੀ ਆਲਮਗੀਰ ਦੂਸਰਾ, ਅਤੇ ਇਸ ਦਾ ਸਮਾਂ ਸੀ ਜੀ 1754 ਤੋਂ ਲੈ ਕੇ 1759 ਈਸਵੀ ਤੱਕ ਦਾ। ਫਿਰ ਜੋ 8ਵੇਂ ਨੰਬਰ 'ਤੇ ਸ਼ਾਸਕ ਆਇਆ ਜੀ, ਇਸ ਦਾ ਨਾਮ ਸੀ ਸ਼ਾਹਜਹਾਂ ਤੀਜਾ, ਅਤੇ ਇਸ ਦਾ ਸਮਾਂ ਸੀ 1759 ਤੋਂ ਲੈ ਕੇ 1760 ਈਸਵੀ ਤੱਕ ਦਾ।
ਇਸ ਤੋਂ ਬਾਅਦ ਜੋ ਅਗਲਾ ਸ਼ਾਸਕ ਹੁੰਦਾ ਹੈ ਜੀ, ਇਸ ਦਾ ਨਾਮ ਸੀ ਸ਼ਾਹ ਆਲਮ ਅਤੇ ਇਸ ਦਾ ਸਮਾਂ ਸੀ 1760 ਤੋਂ ਲੈ ਕੇ 1806 ਈਸਵੀ ਤੱਕ ਦਾ। ਅਤੇ ਉਸ ਤੋਂ ਬਾਅਦ ਜੋ ਅਗਲਾ ਸ਼ਾਸਕ ਹੈ ਜੀ, ਉਸ ਦਾ ਨਾਮ ਸੀ ਅਕਬਰ ਦੂਜਾ। ਇਸ ਦਾ ਸਮਾਂ ਸੀ ਜੀ 1806 ਤੋਂ ਲੈ ਕੇ 1837 ਈਸਵੀ ਤੱਕ। ਅਤੇ ਜੋ ਸਭ ਤੋਂ ਲਾਸਟ ਸ਼ਾਸਕ ਹੋਇਆ ਜੀ ਮੁਗਲ ਵੰਸ਼ ਦਾ, ਬਹਾਦਰ ਸ਼ਾਹ ਦੂਜਾ, ਜਾਂ ਜਿਸ ਨੂੰ ਬਹਾਦਰ ਸ਼ਾਹ ਜ਼ਫਰ ਕਿਹਾ ਜਾਂਦਾ ਹੈ, ਇਹਦਾ ਸਮਾਂ ਸੀ ਜੀ 1837 ਤੋਂ ਲੈ ਕੇ 1857 ਈਸਵੀ ਤੱਕ ਦਾ। ਜਦੋਂ 1857 ਈਸਵੀ ਦਾ ਵਿਦਰੋਹ ਹੋਇਆ ਜੀ ਅੰਗਰੇਜ਼ਾਂ ਦੇ ਖਿਲਾਫ, ਉਸ ਸਮੇਂ ਤੱਕ ਜੋ ਮੁਗਲ ਵੰਸ਼ ਆ ਉਹ ਭਾਰਤ ਦੇ ਵਿੱਚ ਬਣਿਆ ਰਿਹਾ ਅਤੇ ਬਹਾਦਰ ਸ਼ਾਹ ਜ਼ਫਰ ਦੇ ਨਾਲ ਇਹ 1857 ਦੇ ਵਿੱਚ ਖਤਮ ਹੋ ਗਿਆ ਸੀ। ਮੁਗਲ ਕਾਲ ਅਤੇ ਉੱਤਰ ਮੁਗਲ ਕਾਲ ਦੇ ਸਾਰੇ ਸ਼ਾਸਕਾਂ ਦੇ ਨਾਵਾਂ ਬਾਰੇ ਜਾਣਨ ਤੋਂ ਬਾਅਦ ਹੁਣ ਆਪਾਂ ਜਾਂਦੇ ਹਾਂ ਜੀ ਆਪਣੇ ਅੱਜ ਦੀ ਵੀਡੀਓ ਦੇ ਮੇਨ ਟੌਪਿਕ 'ਤੇ, ਯਾਨੀ ਕਿ ਬਾਬਰ 'ਤੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਬਾਬਰ ਦੇ ਆਰੰਭਿਕ ਜੀਵਨ ਬਾਰੇ। ਉਹ ਕਿਸ ਤਰ੍ਹਾਂ ਉਸ ਦਾ ਜਨਮ ਹੋਇਆ, ਕਦੋਂ ਹੋਇਆ ਅਤੇ ਉਹ ਕਿਸ ਤਰ੍ਹਾਂ ਸ਼ਾਸਕ ਬਣਿਆ, ਇਸ ਦੇ ਬਾਰੇ ਆਪਾਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾ ਪ੍ਰਸ਼ਨ ਆ ਜਾਂਦਾ ਹੈ ਜੀ ਕਿ ਬਾਬਰ ਦਾ ਪੂਰਾ ਨਾਮ ਕੀ ਹੈ। ਇਹ ਕਈ ਵਾਰ ਪੁੱਛਿਆ ਜਾਂਦਾ। ਤਾਂ ਉਸ ਦਾ ਪੂਰਾ ਨਾਮ ਸੀ ਜੀ ਜ਼ਹੀਰੁੱਦੀਨ ਬਾਬਰ। ਇਹ ਤੁਸੀਂ ਜ਼ਰੂਰ ਯਾਦ ਰੱਖਣਾ, ਜ਼ਹੀਰੁੱਦੀਨ ਬਾਬਰ ਬਾਬਰ ਦਾ ਪੂਰਾ ਨਾਮ ਸੀ। ਉਸ ਦੇ ਪਿਤਾ ਦਾ ਨਾਮ ਕੀ ਸੀ? ਤਾਂ ਬਾਬਰ ਦੇ ਪਿਤਾ ਦਾ ਨਾਮ ਸੀ ਜੀ ਉਮਰ ਸ਼ੇਖ ਮਿਰਜ਼ਾ। ਇਹ ਤੁਰਕ ਜਾਤੀ ਨਾਲ ਸੰਬੰਧਿਤ ਸੀ ਅਤੇ ਤੁਰਕ ਦੇ ਵਿੱਚ ਜੀ ਇੱਕ ਸਥਾਨ ਹੈ, ਤੁਰਕੀ ਦੇ ਵਿੱਚ ਇੱਕ ਸਥਾਨ ਹੈ ਜਿਸ ਦਾ ਨਾਮ ਹੈ ਫਰਗਨਾ। ਉੱਥੇ ਜੋ ਉਮਰ ਸ਼ੇਖ ਮਿਰਜ਼ਾ ਸੀ, ਜੋ ਬਾਬਰ ਦਾ ਪਿਤਾ ਸੀ, ਉਹ ਉਸ ਸਥਾਨ ਦਾ ਸ਼ਾਸਕ ਸੀ, ਇੱਕ ਛੋਟੇ ਜਿਹੇ ਸਥਾਨ ਦਾ ਸ਼ਾਸਕ ਸੀ। ਹੁਣ ਆਪਾਂ ਗੱਲ ਕਰਦੇ ਹਾਂ ਜੀ ਕਿ ਬਾਬਰ ਦੀ ਮਾਤਾ ਦਾ ਨਾਮ ਕੀ ਸੀ। ਉਸ ਦਾ ਨਾਮ ਸੀ ਜੀ ਕੁਤਲੁਗ ਨਿਗਾਰ ਖਾਨਮ। ਇਹ ਨਾਮ ਤੁਸੀਂ ਜ਼ਰੂਰ ਯਾਦ ਰੱਖਣਾ, ਕੁਤਲੁਗ ਨਿਗਾਰ ਖਾਨਮ, ਇਹ ਨਾਮ ਯਾਦ ਰੱਖਿਓ ਜੀ। ਇਹਨਾਂ ਦੀ ਜੋ ਜਾਤੀ ਸੀ ਇਹ ਮੰਗੋਲ ਜਾਤੀ ਸੀ, ਯਾਨੀ ਕਿ ਉਸ ਦਾ ਪਿਤਾ ਤੁਰਕ ਜਾਤੀ ਅਤੇ ਉਸ ਦੀ ਮਾਤਾ ਮੰਗੋਲ ਜਾਤੀ ਨਾਲ ਸੰਬੰਧਿਤ ਸੀ। ਅਤੇ ਇਹਨਾਂ ਤੋਂ ਮਿਲ ਕੇ ਜੋ ਅਗਲੀ ਜਾਤੀ ਬਣਦੀ ਹੈ ਉਹ ਸੀ ਮੁਗਲ ਜਾਤੀ, ਜਿਸ ਦੇ ਵਿੱਚ ਬਾਬਰ ਦਾ ਜਨਮ ਹੁੰਦਾ, ਯਾਨੀ ਕਿ ਬਾਬਰ ਇੱਕ ਮੁਗਲ ਸੀ। ਬਾਬਰ ਦੇ ਜਨਮ ਦੀ ਗੱਲ ਕਰੀਏ ਤਾਂ ਬਾਬਰ ਦਾ ਜਨਮ ਹੋਇਆ ਜੀ 14 ਫਰਵਰੀ 1483 ਈਸਵੀ ਨੂੰ ਫਰਗਨਾ ਵਿੱਚ, ਜੋ ਕਿ ਸੀ ਤੁਰਕੀ ਵਿੱਚ। ਬਾਬਰ ਦੇ ਜਨਮ ਦੀ ਡੇਟ ਵੀ ਜ਼ਰੂਰ ਯਾਦ ਰੱਖਣੀ ਹੈ, 14 ਫਰਵਰੀ, ਯਾਨੀ ਕਿ ਵੈਲੈਂਟਾਈਨ ਡੇ ਦੇ ਸੀ ਜੀ ਉਸ ਦਿਨ, ਅਤੇ 1483 ਈਸਵੀ ਸੀ। ਇਹ ਯਾਦ ਤੁਸੀਂ ਰੱਖ ਲੈਣਾ ਹੈ ਜੀ। ਬਾਬਰ ਦੇ ਪਿਤਾ ਦੀ ਹੱਤਿਆ ਜੀ ਉਸਦੇ ਰਿਸ਼ਤੇਦਾਰਾਂ ਦੁਆਰਾ ਹੀ ਕਰ ਦਿੱਤੀ ਜਾਂਦੀ ਹੈ। ਬਾਬਰ ਉਦੋਂ ਛੋਟੀ ਉਮਰ ਦਾ ਹੀ ਸੀ ਅਤੇ ਉਸ ਸਮੇਂ ਜੋ ਉਸਦੇ ਪਿਤਾ ਨੂੰ ਗੱਦੀ ਦੇ ਹਥਿਆਉਣ ਲਈ, ਉਹ ਜੋ ਫਰਗਨਾ 'ਤੇ ਸ਼ਾਸਨ ਕਰਦਾ ਹੁੰਦਾ ਹੈ, ਉਸ ਦੀ ਗੱਦੀ ਨੂੰ ਹਥਿਆਉਣ ਲਈ ਉਸਦੇ ਜੋ ਰਿਸ਼ਤੇਦਾਰ ਹੁੰਦੇ ਨੇ, ਉਸਦੇ ਜੋ ਸਕੇ ਸੰਬੰਧੀ ਹੁੰਦੇ ਨੇ, ਉਹੀ ਉਸ ਨੂੰ ਸਾਜ਼ਿਸ਼ ਦਾ ਸ਼ਿਕਾਰ ਬਣਾਉਂਦੇ ਨੇ ਅਤੇ ਬਾਬਰ ਦੇ ਪਿਤਾ ਦੀ ਹੱਤਿਆ ਕਰ ਦਿੰਦੇ ਨੇ। ਆਪਣੇ ਪਿਤਾ ਦੀ ਹੱਤਿਆ ਤੋਂ ਬਾਅਦ ਬਾਬਰ ਨੂੰ ਮਜਬੂਰੀ ਦੇ ਵਿੱਚ ਜੀ ਸ਼ਾਸਕ ਬਣਨਾ ਪੈਂਦਾ ਹੈ ਅਤੇ ਬਾਬਰ ਦੇ ਪਿਤਾ ਦੀ ਹੱਤਿਆ ਕੀਤੀ ਗਈ ਸੀ 1494 ਈਸਵੀ ਵਿੱਚ। 1483 'ਚ ਬਾਬਰ ਦਾ ਜਨਮ ਹੁੰਦਾ ਜੀ। 1494 ਵਿੱਚ ਲਗਭਗ 11-12 ਸਾਲ ਦੀ ਉਮਰ ਹੁੰਦੀ ਹੈ ਬਾਬਰ ਦੀ। ਉਸ ਸਮੇਂ ਹੀ ਉਸ ਨੂੰ ਜੀ ਸ਼ਾਸਕ ਬਣਨਾ ਪੈਂਦਾ ਹੈ ਅਤੇ ਸ਼ਾਸਕ ਬਣਨ ਦੇ ਸਮੇਂ ਉਸ ਦੇ ਸਾਹਮਣੇ ਜੀ ਕਈ ਚੁਣੌਤੀਆਂ ਹੁੰਦੀਆਂ ਨੇ। ਉਸ ਨੇ ਆਪਣੇ ਆਪ ਨੂੰ ਜੀ ਸਾਜ਼ਿਸ਼ਾਂ ਤੋਂ ਵੀ ਬਚਾਉਣਾ ਹੁੰਦਾ ਹੈ, ਆਪਣਾ ਜੋ ਸ਼ਾਸਨ ਖੇਤਰ ਹੁੰਦਾ ਹੈ, ਜੋ ਫਰਗਨਾ ਦਾ ਖੇਤਰ ਹੁੰਦਾ ਹੈ, ਉਸ ਨੂੰ ਵੀ ਸੁਰੱਖਿਅਤ ਰੱਖਣਾ ਹੁੰਦਾ ਹੈ ਅਤੇ ਇਸ ਤੋਂ ਇਲਾਵਾ ਜੀ ਆਪਣੇ ਆਪ ਨੂੰ ਇੱਕ ਯੋਗ ਸ਼ਾਸਕ ਸਾਬਤ ਕਰਕੇ ਆਪਦੇ ਸਾਮਰਾਜ ਨੂੰ ਵਧਾਉਣਾ ਵੀ ਹੁੰਦਾ ਹੈ। ਇਹ ਕਿਸ ਤਰ੍ਹਾਂ ਇਹਨਾਂ ਮੁਸੀਬਤਾਂ ਦਾ ਸਾਹਮਣਾ ਕਰਦਾ ਹੈ, ਕਿਸ ਤਰ੍ਹਾਂ ਆਪਣੇ ਸ਼ਾਸਨ ਨੂੰ ਵਧਾਉਂਦਾ ਹੈ, ਜਿਸ ਨੂੰ ਆਪਾਂ ਨੈਕਸਟ ਸਲਾਈਡ ਦੇ ਵਿੱਚ ਪੜ੍ਹਦੇ ਹਾਂ। ਹੁਣ ਆਪਾਂ ਗੱਲ ਕਰਦੇ ਹਾਂ ਜੀ ਕਿ ਜਦੋਂ ਬਾਬਰ 11-12 ਸਾਲ ਦਾ ਹੁੰਦਾ ਹੈ, ਉਹ ਸ਼ਾਸਕ ਬਣ ਜਾਂਦਾ ਹੈ, ਤਾਂ ਉਸ ਸਮੇਂ ਜੀ ਉਹ ਕੁਝ ਸਥਾਨਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰਦਾ ਹੈ। ਉਹ ਆਪਣੀ ਜੀਵਨ ਦੇ ਕੁਝ ਆਰੰਭਿਕ ਸੰਘਰਸ਼ ਕਰਦਾ ਹੈ। ਇਹਨਾਂ ਦਾ ਸਮਾਂ ਸੀ ਜੀ 1494 ਤੋਂ ਲੈ ਕੇ 1512 ਈਸਵੀ ਤੱਕ ਦਾ। ਇਹ ਕਿਹੜੇ ਸੀ ਇਹਨਾਂ ਦੇ ਬਾਰੇ ਵੈਸੇ ਆਪਾਂ ਨੂੰ ਜੀ ਜ਼ਿਆਦਾ ਪ੍ਰਸ਼ਨ ਨਹੀਂ ਪੁੱਛੇ ਜਾਂਦੇ, ਬਹੁਤ ਹੀ ਰੇਅਰ ਚਾਂਸ ਹੈ ਕਿ ਇਹਨਾਂ 'ਚ ਪ੍ਰਸ਼ਨ ਪੁੱਛੇ ਜਾਣ। ਬਸ ਇਹ ਤੁਹਾਡੀ ਨੌਲੇਜ ਲਈ ਜੀ ਇੱਕ ਵਾਰੀ ਤੁਸੀਂ ਪੜ੍ਹ ਜ਼ਰੂਰ ਲੈਣਾ, ਇਹਨਾਂ ਨੂੰ ਨਜ਼ਰ ਰੱਖਣਾ ਵੀ ਇਹ ਕਿਹੜੇ ਹਮਲੇ ਕੀਤੇ ਗਏ ਸੀ। ਬਾਬਰ ਜੀ 1494 ਈਸਵੀ ਦੇ ਵਿੱਚ ਸ਼ਾਸਕ ਬਣਦਾ ਹੈ। ਉਸੇ ਸਾਲ ਦੇ ਵਿੱਚ ਹੀ ਜੀ ਉਹ ਤੁਰਕੀ ਦੀ ਰਾਜਧਾਨੀ ਜਿਸ ਦਾ ਨਾਮ ਸੀ ਸਮਰਕੰਦ, ਉਸ ਦੇ ਉੱਤੇ ਹਮਲਾ ਕਰ ਦਿੰਦਾ ਹੈ, ਪਰ ਉਹ ਆਪਣੇ ਇਸ ਪਹਿਲੇ ਹਮਲੇ ਦੇ ਵਿੱਚ ਅਸਫਲ ਰਹਿੰਦਾ ਹੈ। ਉਸ ਤੋਂ ਬਾਅਦ ਜੀ ਬਾਬਰ 1497 ਈਸਵੀ ਦੇ ਵਿੱਚ ਫਿਰ ਤੋਂ ਕੋਸ਼ਿਸ਼ ਕਰਦਾ ਹੈ। ਇਸ ਵਾਰ ਉਹ ਸਮਰਕੰਦ ਨੂੰ ਜਿੱਤ ਲੈਂਦਾ ਹੈ, ਪਰ ਉਹ ਉੱਥੇ ਆਪਣਾ ਕਬਜ਼ਾ ਜੋ ਜ਼ਿਆਦਾ ਦਿਨਾਂ ਤੱਕ ਨਹੀਂ ਬਣਾ ਕੇ ਰੱਖ ਸਕਦਾ, ਉਹ ਸਿਰਫ 100 ਦਿਨ ਹੀ ਉੱਥੇ ਆਪਣਾ ਕਬਜ਼ਾ ਰੱਖ ਲਿਆ ਜੀ। ਉਸ ਤੋਂ ਬਾਅਦ ਉਸ ਨੂੰ ਜੋ ਸਮਰਕੰਦ ਦੀ ਜਗ੍ਹਾ ਹੁੰਦੀ ਹੈ ਉਹ ਛੱਡਣੀ ਪੈਂਦੀ ਹੈ। ਇਸ ਤੋਂ ਬਾਅਦ ਜੀ ਬਾਬਰ ਤੀਜੀ ਵਾਰੀ 1501 ਈਸਵੀ ਦੇ ਵਿੱਚ ਹਮਲਾ ਕਰਦਾ ਹੈ ਸਮਰਕੰਦ 'ਤੇ। ਇਹ ਸਮਰਕੰਦ ਨੂੰ ਜੀ ਤੀਸਰੀ ਵਾਰੀ ਜਿੱਤ ਲੈਂਦਾ ਹੈ ਅਤੇ ਇਸ ਵਾਰ ਜੀ ਉਸ ਨੂੰ 8 ਮਹੀਨੇ ਦੇ ਲਈ ਹੀ ਉੱਥੇ ਕਬਜ਼ਾ ਕਰਨ ਦਾ ਮੌਕਾ ਮਿਲਦਾ, ਉਸ ਨੂੰ ਫਿਰ ਇਸ ਨੂੰ ਛੱਡਣਾ ਪੈਂਦਾ ਹੈ। ਫਿਰ ਜੀ ਬਾਬਰ ਜੋ ਆਪਣਾ ਚੌਥਾ ਹਮਲਾ ਕਰਦਾ ਹੈ, ਇਹ ਕਰਦਾ ਹੈ ਜੀ 1507 ਈਸਵੀ ਦੇ ਵਿੱਚ, ਅਤੇ ਇਸ ਸਮੇਂ ਜੀ ਇਹ ਸਮਰਕੰਦ ਨੂੰ ਛੱਡ ਕੇ ਕੁਝ ਹੋਰ ਸਥਾਨਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰਦਾ ਹੈ। ਇਸ ਸਮੇਂ ਕਾਬਲ ਅਤੇ ਗਜਨੀ ਪ੍ਰਦੇਸ਼ ਨੂੰ ਜਿੱਤ ਲੈਂਦਾ ਹੈ। ਇਸੇ ਸਮੇਂ ਹੀ ਜੋ ਇਹ ਆਪਣੀ ਪਹਿਲੀ ਜਿੱਤ ਕਰਕੇ ਜੋ ਇਸ ਦੀ ਇਹ ਬਹੁਤ ਵਧੀਆ ਜਿੱਤ ਹੋਈ ਹੁੰਦੀ ਹੈ, ਇਸੇ ਸਮੇਂ ਜੀ ਇੱਕ ਪਦਵੀ ਧਾਰਨ ਕਰਦਾ ਜਿਸ ਨੂੰ ਕਿਹਾ ਜਾਂਦਾ ਹੈ ਜੀ ਪਾਤਸ਼ਾਹ ਦੀ ਪਦਵੀ। ਪਾਤਸ਼ਾਹ ਦਾ ਮੀਨਿੰਗ ਹੁੰਦਾ ਹੈ ਜੀ ਬਾਦਸ਼ਾਹਾਂ ਦਾ ਬਾਦਸ਼ਾਹ।
यानी कि वो अपने आप ਨੂੰ ਇੱਕ ਪਦਵੀ ਦਿੰਦਾ ਹੈ ਕਿਉਂਕਿ ਉਸਨੇ ਬਹੁਤ ਵਧੀਆ ਇਸ ਸਮੇਂ ਜਿੱਤ ਪ੍ਰਾਪਤ ਕੀਤੀ ਹੁੰਦੀ ਹੈ। ਇਸ ਤੋਂ ਬਾਅਦ ਜੋ ਬਾਬਰ ਅਗਲਾ ਹਮਲਾ ਕਰਦਾ ਹੈ ਜੀ, ਇਹ ਕਰਦਾ ਹੈ 1511 ਈਸਵੀ ਦੇ ਵਿੱਚ। ਇਸ ਸਮੇਂ ਜੋ ਬਾਬਰ ਹੈ ਜੀ, ਇਸਨੇ ਸਮਰਕੰਦ ਨੂੰ ਫਿਰ ਤੋਂ ਜਿੱਤ ਲਿਆ, ਪਰ ਇਸ ਸਮੇਂ ਵੀ ਇਹ ਜ਼ਿਆਦਾ ਲੰਮੇ ਸਮੇਂ ਤੱਕ ਇਸ ਨੂੰ ਸੰਭਾਲ ਕੇ ਨਹੀਂ ਰੱਖ ਸਕਦਾ ਜੀ, ਅਤੇ 1512 ਈਸਵੀ ਦੇ ਵਿੱਚ ਇਸ ਨੂੰ ਫਿਰ ਤੋਂ ਇਹ ਛੱਡਣਾ ਪੈਂਦਾ ਹੈ। ਸਮਰਕੰਦ ਜੀ ਤੁਰਕੀ ਦੀ ਰਾਜਧਾਨੀ ਸੀ, ਅਤੇ ਇਸ ਨੂੰ ਇਹ ਲੱਗਦਾ ਸੀ ਕਿ ਜੇ ਉਸ ਨੂੰ ਜਿੱਤ ਲਵੇਗਾ ਤਾਂ ਇਸ ਦੀ ਜੋ ਤੁਰਕੀ ਦੇ ਖੇਤਰ ਆ ਉੱਥੇ ਬਹੁਤ ਜ਼ਿਆਦਾ ਮਾਨਤਾ ਹੋ ਜਾਵੇਗੀ, ਬਹੁਤ ਜ਼ਿਆਦਾ ਲੋਕ ਇਸ ਦੇ ਪ੍ਰਭਾਵ ਨੂੰ ਮੰਨਣਗੇ। ਇਸ ਲਈ ਇਹ ਵਾਰ-ਵਾਰ ਸਮਰਕੰਦ 'ਤੇ ਹਮਲੇ ਕਰਦਾ ਸੀ, ਅਤੇ ਹਰ ਵਾਰ ਇਹ ਆਪਣੀ ਜ਼ਿੰਦਗੀ ਦੇ ਸਟਾਰਟਿੰਗ ਦੇ ਵਿੱਚ ਅਸਫਲ ਰਹਿੰਦਾ ਸੀ, ਕਿਉਂਕਿ ਉਸ ਸਮੇਂ ਦੀ ਉਮਰ ਵੀ ਕੁਛ ਜ਼ਿਆਦਾ ਨਹੀਂ ਸੀ ਅਤੇ ਇਸ ਦੇ ਕੋਲ ਐਕਸਪੀਰੀਅੰਸ ਘੱਟ ਸੀ। ਹੁਣ ਆਪਾਂ ਗੱਲ ਕਰਦੇ ਹਾਂ ਜੀ ਬਾਬਰ ਦੁਆਰਾ ਜੋ ਭਾਰਤ ਦੇ ਸੀਮਾਵਰਤੀ ਖੇਤਰਾਂ 'ਤੇ ਹਮਲੇ ਕੀਤੇ ਗਏ ਆ ਇਹਨਾਂ ਬਾਰੇ। ਇਹਨਾਂ ਦਾ ਸਮਾਂ ਸੀ ਜੀ 1519 ਤੋਂ ਲੈ ਕੇ 1524 ਈਸਵੀ ਤੱਕ ਦਾ। ਬਾਬਰ ਨੇ ਭਾਰਤ ਦੇ ਸੀਮਾਵਰਤੀ ਖੇਤਰਾਂ 'ਤੇ ਜੀ ਕੁੱਲ 4 ਹਮਲੇ ਕੀਤੇ ਆ। ਇਹਨਾਂ ਹਮਲਿਆਂ ਦੇ ਦੌਰਾਨ ਭਾਰਤ ਦੀ ਉਹ ਸਿਰਫ ਸ਼ਕਤੀ ਨੂੰ ਦੇਖ ਰਿਹਾ ਸੀ, ਭਾਰਤ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਆ ਉਹਨਾਂ ਨੂੰ ਸਮਝ ਰਿਹਾ ਸੀ। ਉਸਨੇ ਜੋ ਇਹ 4 ਹਮਲੇ ਕੀਤੇ ਆ ਜੀ, ਇਹਨਾਂ ਦੇ ਵਿੱਚ ਉਸਨੇ ਜੋ ਵੀ ਸਥਾਨਾਂ ਨੂੰ ਜਿੱਤਿਆ ਸੀ ਉਹਨਾਂ ਦੇ ਉੱਪਰ ਪ੍ਰੋਪਰ ਕਬਜ਼ਾ ਨਹੀਂ ਕੀਤਾ। ਉਹਨੇ ਸਿਰਫ ਉੱਥੋਂ ਲੁੱਟਮਾਰ ਕੀਤੀ ਅਤੇ ਵਾਪਸ ਚਲਿਆ ਜਾਂਦਾ ਸੀ। ਉਹ ਸਿਰਫ ਹਾਲਾਤਾਂ ਨੂੰ ਸਮਝ ਰਿਹਾ ਸੀ ਕਿ ਭਾਰਤ ਦੇ ਵਿੱਚ ਉਸਨੂੰ ਇੱਕ ਵਧੀਆ ਸਾਮਰਾਜ ਸਥਾਪਿਤ ਕਰਨ ਲਈ ਕਿਸ ਕਿਸ ਟਾਈਪ ਦੀਆਂ ਉਸ ਦੇ ਵਿੱਚ ਕਮੀਆਂ ਨੇ, ਉਸ ਨੂੰ ਕੀ ਸੁਧਾਰ ਕਰਨਾ ਚਾਹੀਦਾ ਨੇ, ਅਤੇ ਉਹ ਇੱਕ ਸਹੀ ਮੌਕੇ ਦੀ ਤਲਾਸ਼ ਕਰ ਰਿਹਾ ਸੀ ਕਿ ਇਸ ਸਮੇਂ ਉਹ ਭਾਰਤ ਦੇ ਅੰਦਰੂਨੀ ਭਾਗਾਂ ਦੇ ਉੱਪਰ ਹਮਲਾ ਕਰ ਲਵੇ। ਅਤੇ ਆਪਾਂ ਗੱਲ ਕਰ ਲੈਂਦੇ ਹਾਂ ਜੀ ਕਿ ਉਸ ਸਮੇਂ ਭਾਰਤ ਦੇ ਹਾਲਾਤ ਕੀ ਸੀ। ਉਸ ਸਮੇਂ ਭਾਰਤ ਦੇ ਵਿੱਚ ਜੀ ਕਈ ਛੋਟੇ ਮੋਟੇ ਜੋ ਰਾਜ ਉਹ ਬਣ ਚੁੱਕੇ ਸੀ, ਅਤੇ ਜੋ ਸ਼ਾਸਕ ਸੀ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਕੋਈ ਵੀ ਉਹਨਾਂ ਦਾ ਸਮਝੌਤਾ ਨਹੀਂ ਸੀ, ਕੋਈ ਕੋਆਰਡੀਨੇਸ਼ਨ ਨਹੀਂ ਸੀ, ਉਹ ਇੱਕ ਦੂਜੇ ਦੇ ਨਾਲ ਹੀ ਲੜਦੇ ਰਹਿੰਦੇ ਸੀ। ਉਸ ਸਮੇਂ ਦਿੱਲੀ ਦੇ ਵਿੱਚ ਜੋ ਸ਼ਾਸਕ ਸੀ ਉਹ ਸੀ ਜੀ ਲੋਧੀ ਵੰਸ਼ ਦਾ ਇਬਰਾਹਿਮ ਲੋਧੀ। ਦੂਸਰੇ ਪਾਸੇ ਜੀ ਮੈਵਾੜ ਦਾ ਇੱਕ ਸ਼ਾਸਕ ਸੀ ਜਿਸ ਦਾ ਨਾਮ ਸੀ ਰਾਣਾ ਸਾਂਗਾ। ਉਹ ਇੱਕ ਸ਼ਕਤੀਸ਼ਾਲੀ ਸ਼ਾਸਕ ਸੀ, ਉਹ ਮੈਵਾੜ ਦੇ ਖੇਤਰਾਂ ਦੇ ਉੱਪਰ ਉਸ ਸਮੇਂ ਸ਼ਾਸਨ ਕਰਦਾ ਸੀ। ਇਸ ਤੋਂ ਇਲਾਵਾ ਜੀ ਭਾਰਤ ਦੇ ਵਿੱਚ ਬਹਿਮਣੀ ਸਾਮਰਾਜ ਅਤੇ ਇੱਕ ਵਿਜੇਨਗਰ ਸਾਮਰਾਜ ਇਸ ਟਾਈਪ ਦੇ ਸਾਮਰਾਜ ਬਣੇ ਹੋਏ ਸੀ, ਪਰ ਉਹ ਆਪਸ ਦੇ ਵਿੱਚ ਹੀ ਲੜਦੇ ਰਹਿੰਦੇ ਸੀ, ਉਹ ਇੱਕ ਦੂਜੇ ਦਾ ਕੋਈ ਵੀ ਯੋਗਦਾਨ ਨਹੀਂ ਕਰਦੇ ਸੀ। ਇਸ ਪ੍ਰਕਾਰ ਜਦੋਂ ਬਾਬਰ ਭਾਰਤ ਦੇ ਉੱਪਰ ਹਮਲਾ ਕਰਦਾ ਜੀ, ਭਾਰਤ ਦੇ ਅੰਦਰੂਨੀ ਭਾਗਾਂ ਦੇ ਉੱਪਰ, ਤਾਂ ਉਸ ਸਮੇਂ ਜੋ ਭਾਰਤ ਦੀ ਸਥਿਤੀ ਸੀ ਉਹ ਬਥੇਰੇ ਕੋਈ ਆਪਾਂ ਕਹਿ ਸਕਦੇ ਹਾਂ ਕਿ ਰਾਜਨੀਤਿਕ ਏਕਤਾ ਵਾਲੀ ਜਾਂ ਰਾਜਨੀਤਿਕ ਸਥਿਰਤਾ ਵਾਲੀ ਉਹ ਸਥਿਤੀ ਨਹੀਂ ਸੀ। ਉਸ ਤੋਂ ਪਹਿਲਾਂ ਜੀ ਬਾਬਰ ਨੇ ਜੋ 4 ਹਮਲੇ ਭਾਰਤ ਦੇ ਸੀਮਾਵਰਤੀ ਖੇਤਰਾਂ 'ਤੇ ਕੀਤੇ ਆ, ਆਪਾਂ ਉਹਨਾਂ ਨੂੰ ਵੀ ਜਾਣ ਲੈਂਦੇ ਹਾਂ ਕਿ ਉਹ ਕਿਹੜੇ-ਕਿਹੜੇ ਨੇ। ਬਾਬਰ ਨੇ 1519 ਈਸਵੀ ਦੇ ਵਿੱਚ ਜੀ ਬਜੌਰ ਅਤੇ ਭੇਰਾ ਨਾਮ ਦੇ ਖੇਤਰਾਂ ਨੂੰ ਜਿੱਤਿਆ। ਇਹ ਭਾਰਤ ਦੇ ਬਾਹਰ ਦੇ ਏਰੀਏ ਆ ਜਾਂਦੇ ਆ ਜੀ, ਪਾਕਿਸਤਾਨ ਦਾ ਜੋ ਏਰੀਆ, ਉਸ ਤੋਂ ਆਪਾਂ ਕਹਿ ਸਕਦੇ ਹਾਂ ਕਿ ਉਸ ਦੇ ਨਾਲ ਲੱਗਦੇ ਜਾਂ ਉਸ ਦੇ ਸੀਮਾਵਰਤੀ ਜੋ ਖੇਤਰ ਸੀ, ਇਹ ਉਹਨਾਂ ਖੇਤਰਾਂ ਨੂੰ ਸਭ ਤੋਂ ਪਹਿਲਾਂ ਇਹ ਜਿੱਤਦਾ ਹੈ, ਜੋ ਸੀ ਬਜੌਰ ਅਤੇ ਭੇਰਾ ਦਾ। ਇਸ ਤੋਂ ਬਾਅਦ ਜੀ 1519 ਦੇ ਵਿੱਚ ਹੀ ਬਾਬਰ ਦੁਬਾਰਾ ਫਿਰ ਹਮਲਾ ਕਰਦਾ ਹੈ। ਇਸ ਵਾਰ ਉਹ ਪੇਸ਼ਾਵਰ ਦੇ ਖੇਤਰ ਨੂੰ ਜਿੱਤ ਲੈਂਦਾ ਹੈ, ਪਰ ਜਿੱਤ ਕੇ ਜੇ ਲੁੱਟਮਾਰ ਕਰਦਾ ਹੈ ਅਤੇ ਵਾਪਸ ਚਲਾ ਜਾਂਦਾ ਹੈ। ਬਾਬਰ ਨੇ ਜੀ 1520 ਈਸਵੀ ਦੇ ਵਿੱਚ ਫਿਰ ਤੋਂ ਹਮਲਾ ਕੀਤਾ। ਇਸ ਵਾਰ ਜੀ ਉਸਨੇ ਪੰਜਾਬ ਦਾ ਜੋ ਸਿਆਲਕੋਟ ਪ੍ਰਦੇਸ਼ ਆ ਉੱਥੋਂ ਤੱਕ ਜਿੱਤ ਲਿਆ, ਜੋ ਕਿ ਹੁਣ ਵਰਤਮਾਨ ਪਾਕਿਸਤਾਨ ਦੇ ਵਿੱਚ ਉਹ ਸਿਆਲਕੋਟ ਤੱਕ ਦੇ ਪ੍ਰਦੇਸ਼ ਨੂੰ ਜਿੱਤ ਲੈਂਦਾ। ਅਤੇ ਅੰਤ ਜੀ ਬਾਬਰ 1524 ਈਸਵੀ ਦੇ ਵਿੱਚ ਹਮਲਾ ਕਰਦਾ, ਅਤੇ ਇਸ ਸਮੇਂ ਉਹ ਲਾਹੌਰ ਅਤੇ ਪੰਜਾਬ ਦੇ ਵਧੇਰੇਤਰ ਭਾਗਾਂ ਨੂੰ ਜਿੱਤ ਲੈਂਦਾ, ਯਾਨੀ ਕਿ ਉਹ ਬਿਲਕੁਲ ਜੋ ਵਰਤਮਾਨ ਇੰਡੀਆ ਜੀ, ਜੋ ਵਰਤਮਾਨ ਹਿੰਦੁਸਤਾਨ ਆ, ਉਸ ਦੀ ਹੱਦ ਤੱਕ ਇਸ ਸਮੇਂ ਉਹ ਪਹੁੰਚ ਜਾਂਦਾ ਹੈ। ਹੁਣ ਤੱਕ ਆਪਾਂ ਇਹ ਤਾਂ ਜਾਣ ਲਿਆ ਜੀ ਕਿ ਬਾਬਰ ਨੇ ਭਾਰਤ ਦੇ ਜੋ ਸੀਮਾਵਰਤੀ ਖੇਤਰ ਸੀ ਉਹਨਾਂ ਦੇ ਉੱਪਰ 4 ਹਮਲੇ ਕੀਤੇ। ਉਸ ਸਮੇਂ ਬਾਬਰ ਭਾਰਤ ਦੀ ਜੋ ਹਾਲਾਤ ਆ ਜੀ ਉਹਨਾਂ ਨੂੰ ਸਮਝ ਰਿਹਾ ਸੀ। ਹੁਣ ਫਾਈਨਲੀ ਅਜਿਹਾ ਮੌਕਾ ਆਉਂਦਾ ਹੈ ਕਿ ਬਾਬਰ ਭਾਰਤ ਦੇ ਵਿੱਚ ਐਂਟਰੀ ਲੈਂਦਾ ਹੈ। ਭਾਰਤ ਦੇ ਅੰਦਰੂਨੀ ਭਾਗਾਂ 'ਤੇ ਜੀ ਬਾਬਰ ਨੇ ਟੋਟਲ 4 ਹਮਲੇ ਕੀਤੇ ਆ। ਇਹ ਕਿਹੜੇ-ਕਿਹੜੇ ਹਮਲੇ ਆ ਜੀ, ਇਹਨਾਂ ਨੂੰ ਜਾਣ ਲੈਂਦੇ ਹਾਂ। ਪਹਿਲਾ ਸੀ ਜੀ ਪਾਣੀਪਤ ਦਾ ਹਮਲਾ, ਦੂਸਰਾ ਸੀ ਜੀ ਖਾਨਵਾ ਦਾ ਹਮਲਾ, ਤੀਸਰਾ ਸੀ ਚੰਦੇਰੀ ਦਾ ਯੁੱਧ, ਚੌਥਾ ਸੀ ਘੱਗਰ ਦਾ ਯੁੱਧ, ਜਾਂ ਯੁੱਧ ਕਹਿ ਦਿਓ ਜਾਂ ਹਮਲਾ ਕਹਿ ਦਿਓ, ਉਸਨੂੰ ਤੁਸੀਂ ਕੁਛ ਵੀ ਕਹਿ ਸਕਦੇ ਹੋ। ਜੇਕਰ ਆਪਾਂ ਗੱਲ ਕਰੀਏ ਕਿ ਭਾਰਤ 'ਤੇ ਬਾਬਰ ਦਾ ਕਿੰਨਵਾਂ ਹਮਲਾ ਸੀ, ਤਾਂ ਇਹ ਓਵਰਆਲ ਦੇ ਵਿੱਚ ਸੀ ਜੀ 5ਵਾਂ ਹਮਲਾ, ਕਿਉਂਕਿ 4 ਉਸਨੇ ਭਾਰਤ ਦੇ ਸੀਮਾਵਰਤੀ ਪ੍ਰਾਂਤਾਂ ਦੇ ਉੱਪਰ ਹਮਲਾ ਕਰ ਚੁੱਕਿਆ ਸੀ। ਪਰ ਜੇਕਰ ਤੁਹਾਨੂੰ ਇਹ ਪੁੱਛਿਆ ਜਾਵੇ ਕਿ ਭਾਰਤ ਦੇ ਅੰਦਰੂਨੀ ਭਾਗਾਂ 'ਤੇ ਬਾਬਰ ਦਾ ਹਮਲਾ ਜੋ 1526 ਦੇ ਵਿੱਚ ਹੋਇਆ ਜਾਂ ਪਾਣੀਪਤ ਦਾ ਹਮਲਾ ਹੋਇਆ, ਇਹ ਕਿੰਨਵਾਂ ਹਮਲਾ ਸੀ, ਤਾਂ ਫਿਰ ਇਹ ਪਹਿਲਾ ਗਿਣਿਆ ਜਾਏਗਾ। ਠੀਕ ਹੈ ਜੀ, ਇਸ ਦੇ ਡਿਫਰੈਂਸ ਨੂੰ ਜ਼ਰੂਰ ਯਾਦ ਰੱਖਿਓ। ਹੁਣ ਆਪਾਂ ਗੱਲ ਕਰਦੇ ਹਾਂ ਜੋ ਮੁੱਖ ਯੁੱਧ ਸੀ ਬਾਬਰ ਦੇ ਦੁਆਰਾ, ਜਿਸ ਦੇ ਨਾਲ ਭਾਰਤ ਦੇ ਵਿੱਚ ਮੁਗਲ ਵੰਸ਼ ਦੀ ਸ਼ੁਰੂਆਤ ਹੋਈ ਹੈ, ਤਾਂ ਉਹ ਸੀ ਜੀ ਪਾਣੀਪਤ ਦਾ ਪਹਿਲਾ ਯੁੱਧ, ਅਤੇ ਇਸ ਦਾ ਸਮਾਂ ਸੀ ਜੀ 21 ਅਪ੍ਰੈਲ 1526 ਈਸਵੀ। ਇਸ ਦਾ ਤੁਸੀਂ ਪੂਰਾ ਡੇਟ ਨੂੰ ਯਾਦ ਰੱਖਣਾ ਜੀ, 21 ਅਪ੍ਰੈਲ 1526। ਇਹ ਬਹੁਤ ਜ਼ਿਆਦਾ ਵਾਰ ਪੁੱਛਿਆ ਜਾਂਦਾ ਹੈ, ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਅੱਜ ਦੀ ਵੀਡੀਓ ਦਾ। ਇਸ ਤੋਂ ਬਾਅਦ ਜੋ ਅਗਲਾ ਯੁੱਧ ਹੁੰਦਾ ਹੈ ਜੀ, ਇਹ ਹੁੰਦਾ ਹੈ ਖਾਨਵਾ ਦਾ ਯੁੱਧ। ਇਸ ਦਾ ਸਮਾਂ ਸੀ ਜੀ 1527 ਈਸਵੀ ਦਾ। ਇਸ ਤੋਂ ਬਾਅਦ ਹੋਇਆ ਜੀ ਚੰਦੇਰੀ ਦਾ ਯੁੱਧ, ਇਹ ਸੀ ਜੀ 1528 ਈਸਵੀ ਦੇ ਵਿੱਚ। ਅਤੇ ਚੌਥਾ ਸੀ ਜੀ ਘੱਗਰ ਦਾ ਯੁੱਧ, ਜੋ ਹੋਇਆ 1529 ਈਸਵੀ ਦੇ ਵਿੱਚ।
ਇੱਥੇ ਜੀ ਇੱਕ ਬਾਬਰ ਨੇ ਬਹੁਤ ਵਧੀਆ ਕੰਮ ਕੀਤਾ ਕਿ ਉਸਨੇ 4 ਭਾਰਤ ਦੇ ਅੰਦਰੂਨੀ ਭਾਗਾਂ 'ਤੇ ਯੁੱਧ ਲੜੇ ਆ ਜੀ, ਅਤੇ ਉਹ ਚਾਰੇ ਉਹਨੇ ਸੀਕੁਐਂਸ ਵਾਈਜ਼ ਲੜੇ ਆ, 1526, 1527, 1528 ਅਤੇ 1529। ਤੁਹਾਨੂੰ ਕੋਈ ਵੀ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ ਜੀ ਇਸ ਦੇ ਵਿੱਚ ਕਿ ਉਸਨੇ 4 ਯੁੱਧ ਲੜੇ ਸੀ ਅਤੇ ਉਹਨਾਂ ਦੀ ਡੇਟ ਕੀ ਸੀ। ਬਸ ਇੱਥੇ ਤੁਸੀਂ ਪਾਣੀਪਤ ਦੇ ਪਹਿਲੇ ਯੁੱਧ ਦੀ ਡੇਟ ਜੋ ਸੀ 21 ਅਪ੍ਰੈਲ 1526 ਇਹ ਯਾਦ ਰੱਖਣੀ ਹੈ ਜੀ। ਇਸ ਤੋਂ ਅੱਗੇ ਵਾਲੇ ਜੋ ਯੁੱਧ ਆ ਉਹਨਾਂ ਦੀ ਡੇਟ ਤੁਹਾਨੂੰ ਆਟੋਮੈਟਿਕਲੀ ਯਾਦ ਆ ਜਾਏਗੀ। ਪਹਿਲਾ ਹੋਇਆ ਜੀ 1526, ਦੂਸਰਾ 27, ਤੀਸਰਾ 28 ਅਤੇ ਚੌਥਾ 29 ਦੇ ਵਿੱਚ। ਇਹਨਾਂ ਤੁਸੀਂ ਕਰਨਾ ਜੀ। ਇਸ ਦੇ ਨਾਮ ਨੂੰ ਬਾਅਦ 'ਚ ਯਾਦ ਰੱਖਦੇ ਹਾਂ, ਪਹਿਲਾਂ ਇਹਨਾਂ ਦੀ ਡੇਟ ਨੂੰ ਤੁਸੀਂ ਇੱਕ ਵਾਰੀ ਯਾਦ ਰੱਖੋ। ਹੁਣ ਦੇਖਦੇ ਹਾਂ ਜੀ ਆਪਾਂ ਭਾਰਤ ਦੇ ਮੈਪ ਨੂੰ। ਇਹ ਮੈਪ ਦੇ ਵਿੱਚ ਜੋ ਉੱਪਰ ਵਾਲਾ ਏਰੀਆ ਦਿਖਾਇਆ ਗਿਆ ਹੈ ਜੀ, ਜੋ ਡਾਰਕ ਔਰੇਂਜ ਏਰੀਆ ਹੈ, ਇਹ ਵਾਲਾ ਜੋ ਬਾਬਰ ਨੇ ਜੀ 1526 ਤੋਂ ਲੈ ਕੇ 1529 ਈਸਵੀ ਦੇ 4 ਸਾਲ ਦੇ ਸਮੇਂ ਦੇ ਵਿੱਚ ਭਾਰਤ ਦਾ ਇਹ ਖੇਤਰ ਨੂੰ ਜਿੱਤ ਲਿਆ ਸੀ। ਇੱਥੇ ਉਸਨੇ ਆਪਣਾ ਮੁਗਲ ਸਾਮਰਾਜ ਫੈਲਾ ਦਿੱਤਾ ਸੀ। ਹੁਣ ਆਪਾਂ ਪਹਿਲਾਂ ਗੱਲ ਤਾਂ ਕਰ ਲਈ ਹੈ ਜੀ ਕਿ ਬਾਬਰ ਦੇ ਦੁਆਰਾ ਜੋ 4 ਯੁੱਧ ਲੜੇ ਗਏ ਇਹਨਾਂ ਦੀ ਡੇਟ ਨੂੰ ਯਾਦ ਰੱਖਣਾ ਸੌਖਾ ਹੈ। ਹੁਣ ਇਹਨਾਂ ਦੇ ਨਾਮ ਨੂੰ ਵੀ ਯਾਦ ਰੱਖਣ ਲਈ ਜੀ ਇੱਕ ਟ੍ਰਿਕ ਆ। ਨਾਮ ਯਾਦ ਰੱਖਣ ਦੀ ਟ੍ਰਿਕ ਕੀ ਹੈ ਜੀ, ਇਸ ਦੇ ਬਾਰੇ ਵੀ ਗੱਲ ਕਰਦੇ ਹਾਂ। ਡੇਟ ਆਪਣੀ ਯਾਦ ਹੋ ਗਈ ਹੈ ਜੀ 1526, 27, 28 ਅਤੇ 29, ਯਾਨੀ ਕਿ ਲਗਾਤਾਰ 4 ਸਾਲ। ਉਸ ਤੋਂ ਬਾਅਦ ਹੁਣ ਆਪਾਂ ਆ ਜਾਂਦੇ ਹਾਂ ਕਿ ਇਹਨਾਂ ਦੇ ਨਾਵਾਂ ਨੂੰ ਆਪਾਂ ਕਿਵੇਂ ਯਾਦ ਰੱਖ ਸਕਦੇ ਹਾਂ ਇਹ 4 ਯੁੱਧ ਨੂੰ। ਅਤੇ ਇੱਥੇ ਇੱਕ ਟ੍ਰਿਕ ਹੈ ਜੀ, ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਤੁਸੀਂ ਇਸ ਹਿਸਾਬ ਨਾਲ ਯਾਦ ਰੱਖ ਸਕਦੇ ਹੋ, ਨਹੀਂ ਤੁਸੀਂ ਵੈਸੇ ਨੋਰਮਲੀ ਵੀ ਯਾਦ ਰੱਖ ਸਕਦੇ ਹੋ। ਟ੍ਰਿਕ ਕੀ ਹੈ ਜੀ, ਇੱਥੇ ਇੱਕ ਟ੍ਰਿਕ ਵਰਤੀ ਜਾਂਦੀ ਹੈ। ਆਪਣੀ ਟ੍ਰਿਕ ਨਹੀਂ ਹੈ, ਵੀ ਕਿਸੇ ਦੇ ਦੁਆਰਾ ਜੀ ਅੱਗੇ ਦੀ ਅੱਗੇ ਮੈਂ ਸੁਣੀ ਹੈ ਅਤੇ ਉਹੀ ਤੁਹਾਨੂੰ ਦੱਸੀ ਹੈ। ਠੀਕ ਹੈ ਜੀ, ਇਸ ਨੂੰ ਯਾਦ ਰੱਖੋ। ਪਹਿਲਾ ਆ ਜਾਂਦਾ ਹੈ ਜੀ ਕਿ ਬਾਬਰ ਆਇਆ, ਪਾਣੀ ਪੀਤਾ, ਖਾਣਾ ਖਾਧਾ, ਫਿਰ ਚਾਹ ਪੀਤੀ ਅਤੇ ਘਰ ਚਲਾ ਗਿਆ। ਨੋਰਮਲੀ ਜਿਵੇਂ ਬੰਦਾ ਆਉਂਦਾ ਜੀ, ਸਭ ਤੋਂ ਪਹਿਲਾਂ ਪਾਣੀ ਪੀਂਦਾ, ਖਾਣਾ ਖਾਂਦਾ, ਚਾਹ ਪੀਂਦਾ ਅਤੇ ਚਲੋ ਆਪਣੇ ਘਰ ਚਲਾ ਜਾਂਦਾ। ਮੰਨ ਲਓ ਕੋਈ ਰਿਲੇਟਿਵ ਆਇਆ, ਉਸ ਟਾਈਪ ਨਾਲ ਇਹ ਗੱਲ ਨੂੰ ਤੁਸੀਂ ਯਾਦ ਰੱਖ ਸਕਦੇ ਹੋ। ਨੋਰਮਲ ਡੇਲੀ ਰੂਟੀਨ ਵਾਲੀ ਗੱਲ ਆ। ਇੱਥੇ ਕੀ ਹੈ ਜੀ, ਹੁਣ ਆਪਾਂ ਯਾਦ ਕੀ ਰੱਖਣਾ। ਪਾਣੀ ਤੋਂ ਆਪਾਂ ਨਾਮ ਯਾਦ ਰੱਖਣਾ ਹੈ ਜੀ ਪਾਣੀਪਤ, ਜੋ ਪਹਿਲਾ ਯੁੱਧ ਸੀ। ਖਾਣੇ ਤੋਂ ਆਪਾਂ ਯਾਦ ਰੱਖਣਾ ਜੀ ਖਾਨਵਾ, ਜੋ ਬਾਬਰ ਦੇ ਦੁਆਰਾ ਦੂਸਰਾ ਯੁੱਧ ਹੋਇਆ। ਫਿਰ ਹੈ ਜੀ ਖਾਣੇ ਤੋਂ ਬਾਅਦ ਉਹ ਚਾਹ ਪੀਂਦਾ ਹੈ, ਯਾਨੀ ਕਿ ਚਾਹ ਚੱਚੇ ਤੋਂ ਤੁਸੀਂ ਯਾਦ ਰੱਖਣਾ ਹੈ ਜੀ ਚੰਦੇਰੀ ਦਾ ਯੁੱਧ, ਜੋ ਤੀਸਰਾ ਯੁੱਧ 1528 ਦੇ ਵਿੱਚ ਬਾਬਰ ਦੇ ਦੁਆਰਾ ਕੀਤਾ ਗਿਆ ਸੀ। ਅਤੇ ਅੰਤ ਕੀ ਹੈ ਜੀ, ਉਹ ਆਪਣੇ ਘਰ ਚਲਾ ਜਾਂਦਾ ਹੈ। ਘਰ ਤੋਂ ਤੁਸੀਂ ਯਾਦ ਰੱਖਣਾ ਹੈ ਜੀ ਘੱਗਰ, ਜੋ ਬਾਬਰ ਦੇ ਦੁਆਰਾ ਲਾਸਟ ਯੁੱਧ ਕੀਤਾ ਜਾਂਦਾ। ਇਸ ਤਰ੍ਹਾਂ ਜੀ ਇੱਕ ਤੁਸੀਂ ਇਹ ਸਿੰਪਲ ਜੀ ਟ੍ਰਿਕ ਰਾਹੀਂ ਇਹ ਚਾਰੇ ਚੀਜ਼ਾਂ ਨੂੰ ਯਾਦ ਰੱਖ ਸਕਦੇ ਹੋ। ਚਾਰੇ ਯੁੱਧਾਂ ਨੂੰ ਯਾਦ ਰੱਖ ਸਕਦੇ ਹੋ, ਉਹਨਾਂ ਦੇ ਨਾਵਾਂ ਨੂੰ ਯਾਦ ਰੱਖ ਸਕਦੇ ਹੋ, ਅਤੇ ਉਹਨਾਂ ਦੇ ਜੋ ਡੇਟ ਆ ਜੀ ਉਸ ਨੂੰ ਤਾਂ ਯਾਦ ਰੱਖਣਾ ਬਹੁਤ ਹੀ ਸਿੰਪਲ ਆ। ਉਦੋਂ ਸਿਰਫ ਤੁਹਾਡੇ ਪਹਿਲੀ ਡੇਟ ਯਾਦ ਹੋਣੀ ਚਾਹੀਦੀ ਹੈ ਕਿ 21 ਅਪ੍ਰੈਲ 1526, ਅਤੇ ਇਸ ਤੋਂ ਅੱਗੇ ਦੀਆਂ ਡੇਟਾਂ ਤਾਂ ਸਿੱਧੀਆਂ ਹੈ ਜੀ 27, 28 ਅਤੇ 29। ਇਸ ਤਰ੍ਹਾਂ ਜੀ ਤੁਸੀਂ ਇਹ ਸਾਰੇ ਜੋ ਲੜਾਈਆਂ ਹੋਈਆਂ ਅਤੇ ਇਹਨਾਂ ਦੇ ਜੋ ਡੇਟ ਆ, ਸਥਾਨ ਆ, ਇਹਨਾਂ ਨੂੰ ਤੁਸੀਂ ਇੰਨਾ ਵਧੀਆ ਤਰੀਕੇ ਯਾਦ ਰੱਖ ਸਕਦੇ ਹੋ। ਇਸ 'ਤੇ ਤੁਸੀਂ ਥੋੜ੍ਹਾ ਜਿਹਾ ਗੌਰ ਕਰਿਓ। ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਤੁਸੀਂ ਇਸ ਨੂੰ ਇੱਦਾਂ ਯਾਦ ਰੱਖ ਸਕਦੇ ਹੋ। ਹੁਣ ਤੱਕ ਵੀਡੀਓ ਦੇ ਵਿੱਚ ਆਪਾਂ ਇਹ ਤਾਂ ਜਾਣ ਲਿਆ ਜੀ ਕਿ ਬਾਬਰ ਨੇ ਭਾਰਤ ਦੇ ਅੰਦਰੂਨੀ ਭਾਗਾਂ ਦੇ ਵਿੱਚ 4 ਹਮਲੇ ਕੀਤੇ ਆ। ਇਹ 4 ਹਮਲੇ ਕਿਹੜੇ ਕਿਹੜੇ ਸੀ, ਇਹਨਾਂ ਦੇ ਨਾਮ ਨੂੰ ਵੀ ਆਪਾਂ ਦੇਖ ਲਿਆ, ਇਹਨਾਂ ਦੀ ਡੇਟ ਨੂੰ ਯਾਦ ਕਰ ਲਿਆ, ਅਤੇ ਇਹਨਾਂ ਦੇ ਨਾਮ ਨੂੰ ਯਾਦ ਕਰਨ ਵਾਸਤੇ ਵੀ ਆਪਾਂ ਟ੍ਰਿਕ ਵਰਤ ਲਈ ਜੀ। ਸਭ ਇਹ ਯਾਦ ਹੋ ਗਿਆ। ਹੁਣ ਆਪਾਂ ਇੱਕ ਇੱਕ ਡਿਟੇਲ ਨਾਲ ਇਹਨਾਂ ਚਾਰੋਂ ਜੋ ਲੜਾਈਆਂ ਇਹਨਾਂ ਨੂੰ ਜਾਣਦੇ ਹਾਂ। ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਜੀ ਪਾਣੀਪਤ ਦੇ ਪਹਿਲੇ ਯੁੱਧ ਨੂੰ। ਇਸ ਦਾ ਸਮਾਂ ਸੀ ਜੀ 21 ਅਪ੍ਰੈਲ 1526 ਈਸਵੀ ਦਾ। ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਜੀ ਕਿ ਬਾਬਰ ਨੂੰ ਭਾਰਤ ਦੇ ਵਿੱਚ ਹਮਲਾ ਕਰਨ ਲਈ ਇਨਵੀਟੇਸ਼ਨ ਮਿਲੇ ਸੀ, ਯਾਨੀ ਕਿ ਉਸ ਨੂੰ ਸੱਦਿਆ ਗਿਆ ਸੀ ਕਿ ਤੁਸੀਂ ਆ ਕੇ ਭਾਰਤ ਦੇ ਵਿੱਚ ਹਮਲਾ ਕਰੋ। ਉਹ ਕਿਸ ਨੇ ਕੀਤਾ ਸੀ, ਸਭ ਤੋਂ ਪਹਿਲਾਂ ਆਪਾਂ ਇਸੇ ਦੇ ਬਾਰੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਜੀ ਜੋ ਇਬਰਾਹਿਮ ਲੋਧੀ ਹੈ, ਇਹ ਦਿੱਲੀ ਦੇ ਉੱਪਰ ਉਸ ਸਮੇਂ ਸ਼ਾਸਨ ਕਰ ਰਿਹਾ ਸੀ। ਇਬਰਾਹਿਮ ਲੋਧੀ ਦਾ ਚਾਚਾ, ਜਿਸ ਦਾ ਨਾਮ ਸੀ ਸ਼ਾਹ ਆਲਮ, ਅਤੇ ਪੰਜਾਬ ਦਾ ਉਸ ਸਮੇਂ ਦਾ ਜੋ ਸੂਬੇਦਾਰ ਸੀ, ਜਿਸ ਦਾ ਨਾਮ ਸੀ ਦੌਲਤ ਖਾਂ, ਇਹਨਾਂ ਦੇ ਦੁਆਰਾ ਜੋ ਮੇਨ ਸੱਦਾ ਹੈ ਜੀ ਉਹ ਬਾਬਰ ਨੂੰ ਭੇਜਿਆ ਜਾਂਦਾ ਕਿ ਤੁਸੀਂ ਭਾਰਤ ਦੇ ਉੱਤੇ ਆ ਕੇ ਹਮਲਾ ਕਰੋ। ਇਸੇ ਨੂੰ ਦੇਖ ਕੇ ਹੀ ਜੋ ਮੈਵਾੜ ਦਾ ਰਾਜਾ ਹੈ ਜੀ, ਜਿਸ ਦਾ ਨਾਮ ਸੀ ਰਾਣਾ ਸਾਂਗਾ, ਉਸ ਨੇ ਵੀ ਬਾਬਰ ਨੂੰ ਇਹ ਗੱਲ ਕਹਿ ਦਿੱਤੀ ਜੀ ਕਿ ਜੇ ਤੁਸੀਂ ਭਾਰਤ ਦੇ ਉੱਪਰ ਹਮਲਾ ਕਰੋਗੇ ਤਾਂ ਮੈਂ ਤੁਹਾਡੀ ਸਹਾਇਤਾ ਕਰਾਂਗੇ। ਇੱਥੇ ਇਹਨਾਂ ਨੇ ਸੱਦਾ ਕਿਉਂ ਭੇਜਿਆ ਸੀ ਜੀ, ਇਸ ਗੱਲ ਨੂੰ ਸਮਝੋ। ਇਹਦੇ ਪਿੱਛੇ ਰੀਜ਼ਨ ਕੀ ਸੀ? ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਬਾਬਰ ਭਾਰਤ ਦੇ ਉੱਪਰ ਹਮਲਾ ਕਰਦਾ, ਜਿਵੇਂ ਉਸਨੇ ਪਹਿਲੇ 4 ਹਮਲੇ ਜੋ ਭਾਰਤ ਦੇ ਸੀਮਾਵਰਤੀ ਖੇਤਰਾਂ 'ਤੇ ਕੀਤੇ ਸੀ, ਉਹ ਸਿਰਫ ਲੁੱਟਮਾਰ ਕਰਦਾ ਸੀ ਤਾਂ ਵਾਪਸ ਚਲਾ ਜਾਂਦਾ ਸੀ। ਉਹਨਾਂ ਨੂੰ ਲੱਗਿਆ ਕਿ ਬਾਬਰ ਆਏਗਾ, ਇਬਰਾਹਿਮ ਲੋਧੀ ਨੂੰ ਮਾਰੇਗਾ, ਉਸ ਦੇ ਸ਼ਾਸਨ ਨੂੰ ਖਤਮ ਕਰੇਗਾ ਅਤੇ ਫਿਰ ਵਾਪਸ ਚਲਾ ਜਾਏਗਾ। ਇਸ ਤੋਂ ਬਾਅਦ ਉਹਨਾਂ ਨੂੰ ਇਹ ਸੀ, ਜਿਵੇਂ ਕਿ ਇਬਰਾਹਿਮ ਲੋਧੀ ਦੇ ਚਾਚੇ ਸ਼ਾਹ ਆਲਮ ਨੂੰ ਅਤੇ ਰਾਣਾ ਸਾਂਗਾ ਨੂੰ ਇੱਦਾਂ ਸੀ ਕਿ ਉਸ ਤੋਂ ਬਾਅਦ ਉਹ ਦੁਬਾਰਾ ਤੋਂ ਇਹਨਾਂ ਖੇਤਰਾਂ ਨੂੰ ਜਿੱਤ ਲੈਣਗੇ। ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਬਾਬਰ ਜੇ ਇੱਕ ਵਾਰੀ ਭਾਰਤ ਦੇ ਵਿੱਚ ਐਂਟਰ ਹੋ ਗਿਆ ਤਾਂ ਉਹ ਪਰਮਾਨੈਂਟਲੀ ਹੀ ਇੱਥੇ ਆਪ ਸੈੱਟ ਹੋ ਜਾਏਗਾ ਅਤੇ ਇੱਥੇ ਆਪਣਾ ਜੋ ਸਾਮਰਾਜ ਆ ਉਸ ਨੂੰ ਚਲਾਏਗਾ। ਇਹ ਉਹਨਾਂ ਦੀ ਇੱਕ ਬਹੁਤ ਵੱਡੀ ਗਲਤੀ ਸੀ, ਜਿਸ ਦਾ ਨਤੀਜਾ ਜੀ ਉਹਨਾਂ ਨੂੰ ਅੱਗੇ ਭੁਗਤਣਾ ਪਿਆ। ਹੁਣ ਆਪਾਂ ਗੱਲ ਕਰਦੇ ਹਾਂ ਜੀ ਅੱਗੇ ਇਸ ਲੜਾਈ ਬਾਰੇ। ਬਾਬਰ ਅਤੇ ਇਬਰਾਹਿਮ ਲੋਧੀ ਦੇ ਵਿਚਕਾਰ ਜੀ 21 ਅਪ੍ਰੈਲ 1526 ਈਸਵੀ ਨੂੰ ਯੁੱਧ ਹੋਇਆ। ਇਸ ਯੁੱਧ ਦੇ ਵਿੱਚ ਜੋ ਇਬਰਾਹਿਮ ਲੋਧੀ ਹੈ ਜੀ ਉਹ ਮਾਰਿਆ ਜਾਂਦਾ ਹੈ। ਇਹ ਲੋਧੀ ਵੰਸ਼ ਦਾ, ਜਾਂ ਕਹਿ ਸਕਦੇ ਆਪਾਂ ਦਿੱਲੀ ਸਲਤਨਤ ਵੰਸ਼ ਦਾ ਇਹ ਇੱਕ ਪਹਿਲਾ ਅਜਿਹਾ ਸ਼ਾਸਕ ਸੀ ਜੋ ਲੜਾਈ ਦੇ ਵਿੱਚ, ਮੈਦਾਨੇ ਜੰਗ ਦੇ ਵਿੱਚ ਮਾਰਿਆ ਜਾਂਦਾ ਹੈ। ਜੋ ਇਬਰਾਹਿਮ ਲੋਧੀ ਹੈ ਜੀ, ਉਸ ਦੀ ਮੌਤ ਦੇ ਨਾਲ ਹੀ ਲੋਧੀ ਵੰਸ਼ ਹੈ ਜੋ ਉਸ ਦਾ ਅੰਤ ਹੋ ਜਾਂਦਾ ਹੈ, ਅਤੇ ਇਸੇ ਦੇ ਨਾਲ ਹੀ ਭਾਰਤ ਦੇ ਵਿੱਚ ਜੋ ਮੁਗਲ ਵੰਸ਼ ਹੈ ਜੀ ਉਸ ਦੀ ਸ਼ੁਰੂਆਤ ਹੋ ਜਾਂਦੀ ਹੈ।
ਪਾਣੀਪਤ ਦੇ ਯੁੱਧ ਵਿੱਚ ਜੀ ਕੁਝ ਵਸਤੂਆਂ ਦੀ ਵਰਤੋਂ ਪਹਿਲੀ ਵਾਰੀ ਹੋਈ ਹੈ, ਕਿਹੜੀਆਂ ਇਹਨਾਂ ਦੇ ਬਾਰੇ ਆਪਾਂ ਨੂੰ ਪ੍ਰਸ਼ਨ ਪੁੱਛ ਲਏ ਜਾਂਦੇ ਆ, ਇਹਨਾਂ ਦੇ ਬਾਰੇ ਗੱਲ ਕਰ ਲੈਂਦੇ ਆ। ਇਸ ਯੁੱਧ ਦੇ ਵਿੱਚ ਜੀ ਪਹਿਲੀ ਵਾਰੀ ਤੋਪਾਂ ਦੀ ਵਰਤੋਂ ਕੀਤੀ ਗਈ ਹੈ ਅਤੇ ਇਹ ਬਾਬਰ ਦੀ ਸੈਨਾ ਦੇ ਦੁਆਰਾ ਕੀਤੀ ਗਈ ਸੀ। ਤੋਪਾਂ ਨੂੰ ਸਜਾਉਣ ਲਈ ਜੀ ਇੱਕ ਵਿਧੀ ਦੀ ਵਰਤੋਂ ਕੀਤੀ ਗਈ ਹੈ, ਜਿਸ ਦਾ ਨਾਮ ਸੀ ਉਸਮਾਨੀ ਵਿਧੀ, ਅਤੇ ਇਹ ਬਾਬਰ ਦੀ ਸੈਨਾ ਨੇ ਜੀ ਉਜ਼ਬੇਕ ਨਾਮ ਦੀ ਜਾਤੀ ਹੈ ਉਹਨਾਂ ਤੋਂ ਦੁਆਰਾ ਸਿੱਖੀ ਸੀ। ਇਸ ਯੁੱਧ ਦੇ ਵਿੱਚ ਜੋ ਇਬਰਾਹਿਮ ਲੋਦੀ ਦੀ ਜੀ 1 ਲੱਖ ਤੋਂ ਵੱਧ ਦੀ ਸੈਨਾ ਸੀ, ਉਸ ਨੂੰ ਬਾਬਰ ਦੀ ਕੇਵਲ 12,000 ਦੀ ਸੈਨਾ ਨੇ ਹੀ ਬਹੁਤ ਬੁਰੀ ਤਰ੍ਹਾਂ ਹਰਾਤਾ। ਇਹ ਕਿਸ ਤਰ੍ਹਾਂ ਹਰਾਤਾ ਜੀ? ਇਸ ਦੇ ਪਿੱਛੇ ਸਭ ਤੋਂ ਵੱਡਾ ਹੱਥ ਸੀ ਤੋਪ ਦਾ। ਤੋਪ ਉਸ ਸਮੇਂ ਇੱਕ ਬਹੁਤ ਹਾਈਟੈਕ ਹਥਿਆਰ ਸੀ, ਬਹੁਤ ਇੱਕ ਵਿਕਸਿਤ ਹਥਿਆਰ ਸੀ, ਜਿਸ ਦੇ ਬਾਰੇ ਜੋ ਇਬਰਾਹਿਮ ਲੋਦੀ ਦੀ ਸੈਨਾ ਉਸ ਨੂੰ ਕੋਈ ਜਾਣਕਾਰੀ ਹੀ ਨਹੀਂ ਸੀ। ਅਤੇ ਜਦੋਂ ਬਾਬਰ ਦੀ ਸੈਨਾ ਨੇ ਇਸ ਹਥਿਆਰ ਨੂੰ ਵਰਤਿਆ ਅਤੇ ਇਬਰਾਹਿਮ ਲੋਦੀ ਦੀ ਸੈਨਾ ਦੇ ਵਿੱਚ ਭਗਦੜ ਮੱਚ ਗਈ। ਉਹਨਾਂ ਨੂੰ ਇਸ ਤਰ੍ਹਾਂ ਲੱਗਿਆ ਕਿ ਬਾਬਰ ਦੀ ਸੈਨਾ ਕੋਲ ਪਤਾ ਨਹੀਂ ਕਿਹੜੀ ਜਾਦੂਈ ਚੀਜ਼ ਹੈ ਜਿਸ ਦੇ ਨਾਲ ਉਹ ਇੰਨੇ ਬੰਦੇ ਮਾਰ ਰਹੇ ਆ, ਅਤੇ ਉਹਨਾਂ ਦੇ ਕੋਲ ਇਸ ਚੀਜ਼ ਦਾ ਕੋਈ ਵੀ ਤੋੜ ਨਹੀਂ ਸੀ। ਇਸ ਤਰ੍ਹਾਂ ਉਹ ਬਹੁਤ ਬੁਰੀ ਤਰ੍ਹਾਂ ਹਾਰੇ। ਇਸ ਯੁੱਧ ਦੇ ਵਿੱਚ ਜੀ ਇੱਕ ਵਿਧੀ ਵਰਤੀ ਗਈ ਹੈ, ਯੁੱਧ ਕਰਨ ਦੀ ਇੱਕ ਵਿਧੀ ਹੈ ਜਿਸ ਦਾ ਨਾਮ ਸੀ ਜੀ ਤੁਗਲਮਾ ਵਿਧੀ। ਇਹ ਬਾਬਰ ਦੀ ਸੈਨਾ ਦੇ ਦੁਆਰਾ ਵਰਤੀ ਗਈ ਸੀ ਅਤੇ ਇਸ ਦਾ ਪ੍ਰਯੋਗ ਵੀ ਭਾਰਤ ਦੇ ਵਿੱਚ ਪਹਿਲੀ ਵਾਰੀ ਹੋਇਆ ਸੀ। ਇੱਕ ਤਾਂ ਤੋਪ ਦਾ ਪ੍ਰਯੋਗ ਪਹਿਲੀ ਵਾਰ ਹੋਇਆ ਸੀ, ਦੂਸਰਾ ਹੈ ਤੁਗਲਮਾ ਵਿਧੀ ਦਾ। ਤੋਪਖਾਨੇ ਦਾ ਜੋ ਸੰਚਾਲਨ ਦਾ ਕੰਮ ਸੀ ਜੀ ਉਹ ਸੀ ਉਸਤਾਦ ਅਲੀ ਕੁਲੀ ਦੇ ਕੋਲ। ਇਹ ਵੀ ਕਈ ਵਾਰ ਪੁੱਛਿਆ ਜਾਂਦਾ ਕਿ ਤੋਪਖਾਨੇ ਦਾ ਸੰਚਾਲਨ ਬਾਬਰ ਦੀ ਸੈਨਾ ਦੇ ਵਿੱਚ ਕਿਸ ਦੇ ਦੁਆਰਾ ਕੀਤਾ ਗਿਆ, ਤਾਂ ਉਹ ਸੀ ਜੀ ਉਸਤਾਦ ਅਲੀ ਕੁਲੀ। ਅਤੇ ਇਸ ਤੋਂ ਇਲਾਵਾ ਜੀ ਜੋ ਬੰਦੂਕ ਚਲਾਉਣ ਵਾਲੇ ਸੀ, ਜੋ ਬੰਦੂਕਧਾਰੀ ਸੀ, ਉਹਨਾਂ ਦੀ ਅਗਵਾਈ ਦਾ ਜੋ ਕੰਮ ਸੀ ਉਹ ਸੀ ਜੀ ਉਸਤਾਦ ਮੁਸਤਫਾ ਕੋਲੇ। ਇਹ ਦੋਨਾਂ ਦੇ ਨਾਮ ਦੇ ਵੀ ਕਈ ਵਾਰ ਆਪਾਂ ਨੂੰ ਪ੍ਰਸ਼ਨ ਪੁੱਛ ਲਏ ਜਾਂਦੇ ਆ। ਬਾਬਰ ਜਦੋਂ ਇਸ ਯੁੱਧ ਦੇ ਵਿੱਚ ਜਿੱਤ ਜਾਂਦਾ ਹੈ ਜੀ, ਮੁਗਲ ਵੰਸ਼ ਦੀ ਸ਼ੁਰੂਆਤ ਕਰ ਦਿੰਦਾ ਹੈ, ਮੁਗਲ ਵੰਸ਼ ਦੀ ਨੀਂਹ ਰੱਖ ਦਿੰਦਾ ਹੈ, ਤਾਂ ਉਸ ਸਮੇਂ ਜੀ ਬਾਬਰ ਨੇ ਇਸ ਜਿੱਤ ਤੋਂ ਬਾਅਦ ਲੋਕਾਂ ਦੇ ਵਿੱਚ ਚਾਂਦੀ ਦੇ ਸਿੱਕੇ ਵੰਡਵਾਏ, ਆਪਣੀ ਸੈਨਾ ਦੇ ਵਿੱਚ ਅਤੇ ਆਮ ਲੋਕਾਂ ਦੇ ਵਿੱਚ ਚਾਂਦੀ ਦੇ ਸਿੱਕੇ ਵੰਡਵਾਏ, ਜਿਸ ਕਰਕੇ ਬਾਬਰ ਨੂੰ ਜੀ ਲੋਕਾਂ ਨੇ ਕਲੰਦਰ ਦੀ ਉਪਾਧੀ ਦਿੱਤੀ। ਕਲੰਦਰ ਦਾ ਮਤਲਬ ਹੁੰਦਾ ਹੈ ਜੀ ਦਾਨ ਦੇਣ ਵਾਲਾ। ਉਸ ਦੀ ਦਾਨ ਪ੍ਰਵਿਰਤੀ ਨੂੰ ਦੇਖ ਕੇ ਹੀ ਲੋਕਾਂ ਨੇ ਬਾਬਰ ਨੂੰ ਇੱਥੇ ਇੱਕ ਕਲੰਦਰ ਦੀ ਉਪਾਧੀ ਦਿੱਤੀ ਸੀ। ਜੋ ਦੂਸਰਾ ਯੁੱਧ ਜੀ ਬਾਬਰ ਦੇ ਦੁਆਰਾ ਭਾਰਤ ਦੇ ਵਿੱਚ ਲੜਿਆ ਗਿਆ, ਇਹ ਸੀ ਖਾਨਵਾ ਦਾ ਯੁੱਧ। ਇਸ ਦਾ ਸਮਾਂ ਸੀ 1527 ਈਸਵੀ ਦਾ। ਬਾਬਰ ਨੇ ਜੀ ਇਬਰਾਹਿਮ ਲੋਦੀ ਨੂੰ ਤਾਂ ਬਹੁਤ ਆਸਾਨੀ ਨਾਲ ਹਰਾਤਾ ਸੀ, ਕਿਉਂਕਿ ਇੱਕ ਉਹ ਕਮਜ਼ੋਰ ਸ਼ਾਸਕ ਸੀ। ਪਰ ਜੋ ਇਹ ਹੁਣ ਯੁੱਧ ਹੋਣਾ ਸੀ, ਇਹ ਹੋਣਾ ਸੀ ਜੀ ਰਾਣਾ ਸਾਂਗਾ ਨਾਲ। ਇਹ ਇੱਕ ਬਹੁਤ ਹੀ, ਇਹ ਕਹਿ ਸਕਦੇ ਆਪਾਂ ਕਿ ਇੱਕ ਸ਼ਕਤੀਸ਼ਾਲੀ ਸ਼ਾਸਕ ਸੀ। ਇਸ ਨੂੰ ਹਰਾਉਣਾ ਬਾਬਰ ਦੇ ਲਈ ਬਹੁਤ ਹੀ ਜ਼ਿਆਦਾ ਮੁਸ਼ਕਿਲ ਸੀ। ਇਸ ਲਈ ਬਾਬਰ ਨੇ ਕੀ ਨੀਤੀ ਵਰਤੀ ਹੈ ਜੀ, ਉਸ ਦੇ ਬਾਰੇ ਹੁਣ ਆਪਾਂ ਗੱਲ ਕਰਦੇ ਹਾਂ। ਇਹ ਬਾਬਰ ਦਾ ਦੂਸਰਾ ਹਮਲਾ ਸੀ। ਇਸ ਯੁੱਧ ਵਿੱਚ ਬਾਬਰ ਅਤੇ ਮੈਵਾੜ ਦਾ ਜੋ ਸ਼ਾਸਕ ਸੀ, ਜਿਸ ਦਾ ਨਾਮ ਸੀ ਰਾਣਾ ਸਾਂਗਾ, ਉਸ ਦੇ ਵਿੱਚ ਇਹ ਯੁੱਧ ਹੋਇਆ। ਬਾਬਰ ਨੇ ਇਸ ਯੁੱਧ ਦਾ ਕਾਰਨ ਦੱਸਿਆ ਕਿ ਰਾਣਾ ਸਾਂਗਾ ਨੇ ਜਦੋਂ ਇਬਰਾਹਿਮ ਲੋਦੀ 'ਤੇ ਹਮਲਾ ਕਰਨ ਸਮੇਂ ਬਾਬਰ ਦੀ ਸਹਾਇਤਾ ਕਰਨ ਦੀ ਗੱਲ ਕੀਤੀ ਸੀ, ਤਾਂ ਉਹ ਆਪਣੀ ਗੱਲ 'ਤੇ ਪੂਰਾ ਨਹੀਂ ਉਤਰਿਆ, ਅਤੇ ਇਸੇ ਵਾਅਦੇ ਕਰਕੇ ਹੀ ਬਾਬਰ ਨੂੰ ਜੀ ਉਸਨੇ ਸੱਦਾ ਦਿੱਤਾ ਸੀ, ਅਤੇ ਇਹ ਵਾਅਦਾ ਉਹਨੇ ਪੂਰਾ ਨਹੀਂ ਨਿਭਾਇਆ। ਇਸੇ ਕਰਕੇ ਹੁਣ ਬਾਬਰ ਰਾਣਾ ਸਾਂਗਾ 'ਤੇ ਹਮਲਾ ਕਰਨਾ ਚਾਹੁੰਦਾ ਸੀ। ਰਾਣਾ ਸਾਂਗਾ ਇੱਕ ਸ਼ਕਤੀਸ਼ਾਲੀ ਸ਼ਾਸਕ ਸੀ। ਉਸ ਨੂੰ ਹਰਾਉਣ ਦੇ ਲਈ ਜੀ ਬਾਬਰ ਨੇ ਇਸ ਯੁੱਧ ਨੂੰ ਇੱਕ ਜਿਹਾਦ ਦਾ ਨਾਮ ਦਿੱਤਾ। ਜਿਹਾਦ ਦਾ ਮਤਲਬ ਹੁੰਦਾ ਹੈ ਜੀ ਇਸਲਾਮ ਧਰਮ ਦੀ ਰੱਖਿਆ ਲਈ ਕੀਤਾ ਗਿਆ ਯੁੱਧ, ਯਾਨੀ ਕਿ ਆਪਾਂ ਇਸ ਨੂੰ ਇੱਕ ਧਰਮ ਯੁੱਧ ਕਹਿ ਸਕਦੇ ਹਾਂ। ਬਾਬਰ ਨੇ ਜੀ ਇਸ ਯੁੱਧ ਨੂੰ ਧਰਮ ਯੁੱਧ ਦਾ ਰੂਪ ਇਸ ਲਈ ਦਿੱਤਾ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਇਸ ਨਾਲ ਜੋ ਉਸ ਦੇ ਸੈਨਿਕ ਨੇ ਉਹ ਜੋਸ਼ ਦੇ ਨਾਲ ਭਰ ਜਾਣਗੇ, ਤਾਂ ਉਹ ਆਪਣੀ ਜੀ ਜਾਨ ਲਾ ਦੇਣਗੇ ਇਸ ਯੁੱਧ ਨੂੰ ਜਿੱਤਣ ਲਈ। ਇਸ ਤਰ੍ਹਾਂ ਉਸਨੇ ਇੱਕ ਸਿੰਪਲ ਲੜਾਈ ਨੂੰ ਜੀ ਇੱਕ ਜਿਹਾਦ ਦੇ ਬਣਾ ਦਿੱਤਾ, ਉਸਨੂੰ ਇੱਕ ਧਰਮ ਯੁੱਧ ਦਾ ਰੂਪ ਦੇ ਦਿੱਤਾ, ਤਾਂ ਕਿ ਰਾਣਾ ਸਾਂਗਾ ਨੂੰ ਹਰਾਇਆ ਜਾ ਸਕੇ, ਜੋ ਕਿ ਉਸ ਸਮੇਂ ਦਾ ਇੱਕ ਬਹੁਤ ਹੀ ਸ਼ਕਤੀਸ਼ਾਲੀ ਸ਼ਾਸਕ ਸੀ। ਇਸ ਯੁੱਧ ਦੇ ਵਿੱਚ ਜੀ ਰਾਣਾ ਸਾਂਗਾ ਦੀ ਹਾਰ ਹੋਈ, ਅਤੇ ਬਾਬਰ ਨੇ ਜੀ ਰਾਜਪੂਤਾਂ ਦੇ ਸਿਰ ਕੱਟ ਕੇ ਇੱਕ ਉੱਚੀ ਢੇਰ ਲਾਤਾ, ਜੋ ਉਸਦਾ ਇੱਕ ਮਨਾਰ ਟਾਈਪ ਦਾ ਇੱਕ ਸਟਰਕਚਰ ਬਣਾਤਾ। ਇੰਨੇ ਜ਼ਿਆਦਾ ਉਸਨੇ ਰਾਜਪੂਤ ਲੋਕਾਂ ਦੇ ਕਤਲ ਕੀਤੇ ਸੀ। ਇਸ ਪ੍ਰਕਾਰ ਜੋ ਬਾਬਰ ਹੈ ਇਸ ਲੜਾਈ ਦੇ ਵਿੱਚ ਜਿੱਤ ਗਿਆ। ਬਾਬਰ ਨੇ ਇਸ ਲੜਾਈ ਨੂੰ ਜਿੱਤਣ ਤੋਂ ਬਾਅਦ ਜੀ ਇੱਕ ਉਪਾਧੀ ਧਾਰਨ ਕੀਤੀ ਹੈ, ਜਿਸ ਨੂੰ ਕਿਹਾ ਜਾਂਦਾ ਹੈ ਗਾਜ਼ੀ। ਗਾਜ਼ੀ ਦਾ ਮਤਲਬ ਹੁੰਦਾ ਹੈ ਜੀ ਕਾਫਿਰਾਂ ਨੂੰ ਮਾਰਨ ਵਾਲਾ। ਹੁਣ ਕਾਫਿਰ ਕਿਸ ਨੂੰ ਕਿਹਾ ਜਾਂਦਾ ਹੈ ਜੀ? ਇਸਲਾਮ ਧਰਮ ਦੇ ਵਿੱਚ ਜੋ ਕਹਿ ਸਕਦੇ ਹਾਂ ਆਪਾਂ ਕਿ ਉਹ ਦੂਸਰੇ ਅਦਰ ਧਰਮ ਦੇ ਲੋਕਾਂ ਨੂੰ, ਜਾਂ ਕਹਿ ਸਕਦੇ ਹਾਂ ਕਿ ਪਾਪੀ ਲੋਕਾਂ ਲਈ ਕਾਫਿਰ ਵਰਡ ਦਾ ਯੂਜ਼ ਕਰਦੇ ਨੇ। ਇੱਥੇ ਉਹਨਾਂ ਨੇ ਰਾਜਪੂਤਾਂ ਨੂੰ ਮਾਰਿਆ, ਅਤੇ ਇਸੇ ਲਈ ਉਸਨੂੰ ਗਾਜ਼ੀ ਕਿਹਾ ਗਿਆ, ਕਿਉਂਕਿ ਉਹ ਉਹਨਾਂ ਨੂੰ ਕਾਫਿਰ ਮੰਨਦੇ ਸੀ ਅਤੇ ਕਾਫਿਰਾਂ ਨੂੰ ਬਾਬਰ ਦੇ ਦੁਆਰਾ ਇੱਥੇ ਖ਼ਤਮ ਕੀਤਾ ਗਿਆ ਸੀ। ਇਸ ਪ੍ਰਕਾਰ ਜੀ ਖਾਨਵਾ ਦੇ ਯੁੱਧ ਦੇ ਵਿੱਚ ਵੀ ਬਾਬਰ ਬਹੁਤ ਵਧੀਆ ਤਰੀਕੇ ਨਾਲ ਜਿੱਤ ਜਾਂਦਾ ਹੈ, ਅਤੇ ਰਾਣਾ ਸਾਂਗਾ ਦੀ ਬੁਰੀ ਤਰ੍ਹਾਂ ਇੱਥੇ ਹਾਰ ਹੁੰਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜੀ ਬਾਬਰ ਦੁਆਰਾ ਲੜੇ ਗਏ ਤੀਸਰੇ ਯੁੱਧ ਬਾਰੇ, ਜਿਹੜਾ ਸੀ ਜੀ ਚੰਦੇਰੀ ਦਾ ਯੁੱਧ, ਅਤੇ 1528 ਈਸਵੀ ਦੇ ਵਿੱਚ ਲੜਿਆ ਗਿਆ ਸੀ। ਚੰਦੇਰੀ ਕਿੱਥੇ ਮੌਜੂਦ ਸੀ ਜੀ, ਇਹ ਜਾਣ ਲੈਂਦੇ ਹਾਂ। ਇਹ ਖੇਤਰ ਮਾਲਵਾ ਅਤੇ ਬੁੰਦੇਲਖੰਡ ਦੀ ਸੀਮਾ 'ਤੇ ਸਥਿਤ ਇੱਕ ਮਹੱਤਵਪੂਰਨ ਵਪਾਰਿਕ ਅਤੇ ਰਾਜਨੀਤਿਕ ਸ਼ਹਿਰ ਸੀ। ਇਹ ਯੁੱਧ ਜੀ ਬਾਬਰ ਅਤੇ ਰਾਜਪੂਤ ਸਰਦਾਰ, ਜਿਸ ਦਾ ਨਾਮ ਸੀ ਮੇਦਨੀ ਰਾਏ, ਇਹਨਾਂ ਦੇ ਵਿਚਕਾਰ ਹੋਇਆ। ਜੋ ਮੇਦਨੀ ਰਾਏ ਹੈ ਜੀ, ਇਹ ਰਾਣਾ ਸਾਂਗਾ ਦਾ ਇੱਕ ਸਰਦਾਰ ਸੀ। ਇਹ ਯੁੱਧ ਇਸ ਕਰਕੇ ਹੋਇਆ ਜੀ ਕਿਉਂਕਿ ਜੋ ਸਰਦਾਰ ਮੇਦਨੀ ਰਾਏ ਸੀ, ਇਸ ਨੇ ਖਾਨਵਾ ਦਾ ਯੁੱਧ ਜੋ ਸੈਕੰਡ ਯੁੱਧ ਸੀ, ਉਸ ਦੇ ਵਿੱਚ ਰਾਣਾ ਸਾਂਗਾ ਦੀ ਸਹਾਇਤਾ ਕੀਤੀ ਸੀ, ਜਿਸ ਦੇ ਵਿੱਚ ਰਾਣਾ ਸਾਂਗਾ ਹਾਰ ਗਿਆ ਸੀ।
ਮੇਦਨੀ ਰਾਏ ਦੁਆਰਾ ਰਾਣਾ ਸਾਂਗਾ ਦੀ ਸਹਾਇਤਾ ਕਰਨ ਕਰਕੇ ਹੁਣ ਜੋ ਬਾਬਰ ਹੈ ਜੀ ਉਹ ਮੇਦਨੀ ਰਾਏ ਨੂੰ ਵੀ ਹਰਾਉਣਾ ਚਾਹੁੰਦਾ ਸੀ। ਇਸ ਸਮੇਂ ਜੀ ਬਾਬਰ ਨੇ ਫਿਰ ਉਹੀ ਕੰਮ ਕੀਤਾ, ਇਸ ਨੇ ਫਿਰ ਤੋਂ ਜਿਹਾਦ ਦਾ ਨਾਅਰਾ ਲਾਇਆ, ਯਾਨੀ ਕਿ ਇਸ ਨੇ ਫਿਰ ਇਸ ਯੁੱਧ ਨੂੰ ਧਰਮ ਯੁੱਧ ਬਣਾ ਦਿੱਤਾ ਅਤੇ ਇਸ ਯੁੱਧ ਵਿੱਚ ਵੀ ਬਾਬਰ ਦੀ ਜਿੱਤ ਹੁੰਦੀ ਹੈ ਅਤੇ ਜੋ ਮੇਦਨੀ ਰਾਏ ਹੈ ਇਹ ਹਾਰ ਜਾਂਦਾ ਹੈ। ਇਸ ਤਰ੍ਹਾਂ ਉਹ ਆਪਣਾ ਤੀਸਰਾ ਯੁੱਧ ਵੀ ਜਿੱਤ ਜਾਂਦਾ ਹੈ। ਇਹ ਜੋ ਧਰਮ ਯੁੱਧ ਦਾ ਨਾਮ ਦਾ ਯੂਜ਼ ਹੈ ਜੀ, ਇਹ ਵਰਤਮਾਨ ਸਮੇਂ ਦੇ ਵਿੱਚ ਵੀ ਕੀਤਾ ਜਾਂਦਾ ਹੈ, ਖਾਸ ਕਰਕੇ ਆਪਣੇ ਭਾਰਤ ਦੇਸ਼ ਦੇ ਵਿੱਚ ਜਿੱਥੇ ਲੋਕ ਹੈ ਜੋ ਉਹ ਭੇਡ ਚਾਲ ਬਿਰਤੀ 'ਤੇ ਜ਼ਿਆਦਾ ਪਾਏ ਜਾਂਦੇ ਨੇ। ਇੱਥੇ ਵੀ ਹੁਣ ਆਪਾਂ ਦੇਖਦੇ ਹਾਂ ਕਿ ਸਮੇਂ-ਸਮੇਂ 'ਤੇ ਜੋ ਹਿੰਦੂ ਧਰਮ ਹੈ, ਕਿਉਂਕਿ ਉਹ ਬਹੁ ਗਿਣਤੀ ਦੇ ਵਿੱਚ ਉੱਥੇ ਦੇ ਲੋਕ ਪਾਏ ਜਾਂਦੇ ਨੇ ਹਿੰਦੂ ਧਰਮ ਨੂੰ ਮੰਨਣ ਵਾਲੇ, ਉਹਨਾਂ ਦਾ ਸਰਕਾਰ ਦੇ ਦੁਆਰਾ ਯੂਜ਼ ਕੀਤਾ ਜਾਂਦਾ ਹੈ। ਉਹ ਵਾਰ-ਵਾਰ ਉਸ ਨੂੰ ਜੀ ਇੱਕ ਨੋਰਮਲ ਗੱਲ ਨੂੰ ਵੀ ਧਰਮ ਯੁੱਧ ਬਣਾ ਕੇ ਰੱਖ ਦਿੰਦੇ ਨੇ। ਕਦੇ ਉਹ ਹਿੰਦੂ ਧਰਮ ਨੂੰ ਇਹ ਲੋਕਾਂ ਨੂੰ, ਜ਼ਿਆਦਾਤਰ ਲੋਕਾਂ ਨੂੰ, ਸਾਰਿਆਂ ਨੇ ਉਹਨਾਂ ਨੂੰ ਜੀ ਮੁਸਲਮਾਨ ਧਰਮ ਦੇ ਖਿਲਾਫ ਭੜਕਾ ਦਿੰਦੇ ਨੇ। ਉਹ ਮੁਸਲਮਾਨਾਂ ਦੇ ਪਿੱਛੇ ਪੈ ਜਾਂਦੇ ਨੇ ਕਿ ਸਾਡੇ ਧਰਮ ਨੂੰ ਇਹਨਾਂ ਤੋਂ ਖਤਰਾ ਹੈ, ਅਸੀਂ ਧਰਮ ਯੁੱਧ ਲੜਨਾ ਹੈ। ਇਸੇ ਤਰ੍ਹਾਂ ਕਦੇ ਜੀ ਉਹ ਜੋ ਸਿੱਖ ਧਰਮ ਦੇ ਲੋਕ ਨੇ ਉਹਨਾਂ ਨੂੰ ਅੱਤਵਾਦੀ ਕਹਿ ਕੇ ਉਹਨਾਂ ਦੇ ਪਿੱਛੇ ਪੈ ਜਾਂਦੇ ਨੇ। ਇਸ ਤਰ੍ਹਾਂ ਜੋ ਜਿਹਾਦ ਆ ਜੀ ਜਾਂ ਧਰਮ ਯੁੱਧ ਆ, ਇਸ ਦਾ ਯੂਜ਼ ਅੱਜ ਵੀ ਹੁੰਦਾ ਤਾਂ ਸਰਕਾਰਾਂ ਅੱਜ ਵੀ ਕਰਦੀਆਂ ਅਤੇ ਭੇਡ ਬਿਰਤੀ ਦੇ ਲੋਕ ਇਹਨਾਂ ਦੇ ਜੋ ਕਹਿੰਦੇ ਆ ਵੀ ਆਪਾਂ ਉਹਨਾਂ ਦੇ ਸੈਨਿਕ ਬਣ ਕੇ ਜਾਂ ਉਹਨਾਂ ਦੇ ਕਹੇ 'ਤੇ ਚੱਲ ਕੇ ਅੱਜ ਵੀ ਇਹਨਾਂ ਚੀਜ਼ਾਂ ਨੂੰ ਕਰਦੇ ਨੇ। ਇਸ ਤਰ੍ਹਾਂ ਜੀ ਇਹ ਜਿਹਾਦ ਦਾ ਜੋ ਕੰਮ ਹੈ ਇਹ ਬਹੁਤ ਪੁਰਾਣੇ ਸਮੇਂ ਤੋਂ ਹੁੰਦਾ ਹੈ ਅਤੇ ਇਸ ਦਾ ਯੂਜ਼ ਅੱਜ ਵੀ ਚੱਲ ਰਿਹਾ ਹੈ। ਹੁਣ ਆਪਾਂ ਪੜ੍ਹਦੇ ਹਾਂ ਜੀ ਬਾਬਰ ਦੁਆਰਾ ਭਾਰਤ ਦੇ ਵਿੱਚ ਲੜਿਆ ਗਿਆ ਲਾਸਟ ਯੁੱਧ, ਯਾਨੀ ਕਿ ਉਸ ਦਾ ਚੌਥਾ ਯੁੱਧ। ਇਹ ਸੀ ਜੀ ਘੱਗਰ ਦਾ ਯੁੱਧ ਅਤੇ ਇਹ ਲੜਿਆ ਗਿਆ 1529 ਈਸਵੀ ਦੇ ਵਿੱਚ। ਇਸ ਨੂੰ ਘੱਗਰ ਦਾ ਯੁੱਧ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਜੀ ਇਹ ਘੱਗਰ ਨਦੀ ਦੇ ਕੰਢੇ 'ਤੇ ਲੜਿਆ ਗਿਆ ਸੀ। ਇਹ ਯੁੱਧ ਬਾਬਰ ਅਤੇ ਅਫਗਾਨ ਸ਼ਾਸਕ ਜਿਸ ਦਾ ਨਾਮ ਸੀ ਜੀ ਮਹਿਮੂਦ ਲੋਧੀ, ਉਸ ਦੇ ਵਿਚਕਾਰ ਹੋਇਆ। ਇਹ ਮਹਿਮੂਦ ਲੋਧੀ ਕੌਣ ਸੀ ਜੀ, ਇਹ ਜਾਣ ਲੈਂਦੇ ਹਾਂ। ਇਹ ਜੋ ਮਹਿਮੂਦ ਲੋਧੀ ਹੈ ਜੀ ਇਬਰਾਹਿਮ ਲੋਧੀ ਦਾ ਭਰਾ, ਜਿਸ ਦੇ ਨਾਲ ਪਾਣੀਪਤ ਦੀ ਲੜਾਈ ਹੋਈ ਸੀ, ਬਾਬਰ ਦੀ ਪਹਿਲੀ ਲੜਾਈ ਹੋਈ ਸੀ ਜਿਸ ਨੂੰ ਮਾਰ ਦਿੱਤਾ ਗਿਆ ਸੀ ਇਬਰਾਹਿਮ ਲੋਧੀ ਤੋਂ, ਉਸੇ ਦਾ ਭਰਾ ਹੀ ਸੀ ਮਹਿਮੂਦ ਲੋਧੀ। ਉਸ ਦੇ ਨਾਲ ਜੋ ਬਾਬਰ ਦੇ ਦੁਆਰਾ ਆਖਰੀ ਯੁੱਧ ਹੁਣ ਲੜਿਆ ਜਾਂਦਾ। ਮਹਿਮੂਦ ਲੋਧੀ ਜੀ ਆਪਣੇ ਭਰਾ ਦਾ ਬਦਲਾ ਲੈਣਾ ਚਾਹੁੰਦਾ ਸੀ, ਇਸ ਕਰਕੇ ਉਹ ਵਾਰ-ਵਾਰ ਜੋ ਬਾਬਰ ਦੇ ਜਿੱਤੇ ਹੋਏ ਪ੍ਰਦੇਸ਼ ਸੀ ਉੱਥੇ ਹਮਲਾ ਕਰਦਾ ਸੀ ਅਤੇ ਲੁੱਟ-ਮਾਰ ਕਰਦਾ ਸੀ। ਇਸੇ ਨੂੰ ਹੀ ਜੀ ਖਤਮ ਕਰਨ ਲਈ ਬਾਬਰ ਨੇ ਇਸ ਦੇ ਨਾਲ ਯੁੱਧ ਕੀਤਾ। ਇਹ ਯੁੱਧ ਬਿਹਾਰ ਦੇ ਪ੍ਰਦੇਸ਼ ਦੇ ਵਿੱਚ ਹੋਇਆ ਜੀ। ਇਸ ਯੁੱਧ ਦੇ ਵਿੱਚ ਜੋ ਬਾਬਰ ਆ ਉਹ ਜੇਤੂ ਹੁੰਦਾ ਹੈ ਅਤੇ ਮਹਿਮੂਦ ਲੋਧੀ ਇਸ ਯੁੱਧ ਦੇ ਵਿੱਚ ਹਾਰ ਜਾਂਦਾ ਹੈ। ਇਹ ਬਾਬਰ ਦਾ ਜੀ ਆਖਰੀ ਯੁੱਧ ਸੀ ਜੋ 1529 ਈਸਵੀ ਦੇ ਵਿੱਚ ਉਸ ਦੇ ਦੁਆਰਾ ਲੜਿਆ ਗਿਆ ਹੈ। ਹੁਣ ਆਪਾਂ ਵੇਖ ਲੈਂਦੇ ਹਾਂ ਜੀ ਕਿ ਬਾਬਰ ਦੀ ਮੌਤ ਕਦੋਂ ਹੋਈ। ਬਾਬਰ ਦੀ ਮੌਤ 26 ਦਸੰਬਰ 1530 ਈਸਵੀ ਨੂੰ ਹੋਈ, ਯਾਨੀ ਕਿ ਉਹ ਜੀ 26 ਦੇ ਵਿੱਚ ਐਂਟਰ ਕਰਦਾ ਹੈ 1526 ਦੇ ਵਿੱਚ ਇੰਡੀਆ ਦੇ ਵਿੱਚ, 27, 28, 29 4 ਸਾਲ ਲੜਦਾ ਹੈ ਅਤੇ 1530 ਈਸਵੀ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ। ਪਹਿਲਾਂ ਜੀ ਬਾਬਰ ਨੂੰ ਆਗਰਾ ਦੇ ਵਿੱਚ ਦਫਨਾ ਦਿੱਤਾ ਗਿਆ। ਜਦੋਂ ਬਾਬਰ ਦੀ ਮੌਤ ਹੋ ਗਈ ਉਸ ਨੂੰ ਆਗਰਾ ਦੇ ਵਿੱਚ ਦਫਨਾ ਦਿੱਤਾ ਗਿਆ, ਪਰ ਬਾਅਦ ਦੇ ਵਿੱਚ ਜੀ ਕਈ ਸਾਲ ਬਾਅਦ, ਜਿਵੇਂ ਕਿ ਕਹਿ ਸਕਦੇ ਹਾਂ ਵੀ 7-8 ਸਾਲ ਬਾਅਦ, ਉਸ ਦਾ ਜੋ ਪੁੱਤਰ ਸੀ ਹਿਮਾਯੂ, ਜੋ ਅਗਲਾ ਸ਼ਾਸਕ ਬਣਦਾ ਹੈ, ਉਸ ਦੇ ਦੁਆਰਾ ਜੀ ਬਾਬਰ ਨੂੰ ਉਸ ਦੀ ਆਖਰੀ ਇੱਛਾ ਦੇ ਅਨੁਸਾਰ ਕਾਬਲ ਦੇ ਵਿੱਚ ਦਫਨਾਇਆ ਜਾਂਦਾ ਹੈ। ਆਗਰਾ 'ਚੋਂ ਉਸ ਨੂੰ ਕੱਢ ਕੇ ਫਿਰ ਲਿਜਾ ਕੇ ਕਾਬਲ ਦੇ ਵਿੱਚ ਦੁਬਾਰਾ ਤੋਂ ਉਸ ਨੂੰ ਦਫਨਾਇਆ ਜਾਂਦਾ ਹੈ। ਹੁਣ ਆਪਾਂ ਜਾਣਦੇ ਹਾਂ ਜੀ ਕਿ ਬਾਬਰ ਦੇ ਦੁਆਰਾ ਜੋ ਆਤਮ ਕਥਾ ਲਿਖੀ ਗਈ ਹੈ ਉਹ ਕੀ ਸੀ। ਬਾਬਰ ਦੇ ਦੁਆਰਾ ਜੀ ਆਪਣੀ ਇੱਕ ਆਤਮ ਕਥਾ ਲਿਖੀ ਗਈ ਹੈ ਜਿਸ ਨੂੰ ਸਵੈ ਜੀਵਨੀ ਜਾਂ ਆਟੋਬਾਇਓਗ੍ਰਾਫੀ ਵੀ ਆਪਾਂ ਕਹਿ ਸਕਦੇ ਹਾਂ। ਉਹ ਸੀ ਤੁਝ ਕੇ ਬਾਬਰੀ, ਜਿਸ ਨੂੰ ਬਾਬਰਨਾਮਾ ਵੀ ਕਿਹਾ ਜਾਂਦਾ ਹੈ। ਇਹ ਬਾਬਰ ਨੇ ਲਿਖੀ ਸੀ। ਇਸ ਦੇ ਵਿੱਚ ਬਾਬਰ ਦੇ ਜੀਵਨ ਦੀਆਂ ਘਟਨਾਵਾਂ ਨੂੰ ਦੱਸਿਆ ਗਿਆ ਸੀ। ਇਹ ਲਿਖੀ ਗਈ ਸੀ ਜੀ ਚਗਤਾਈ ਭਾਸ਼ਾ ਦੇ ਵਿੱਚ। ਚਗਤਾਈ ਭਾਸ਼ਾ ਦੇ ਵਿੱਚ ਬਾਬਰ ਨੇ ਇਹ ਸਾਰੀ ਜੋ ਸਵੈ ਜੀਵਨੀ ਸੀ ਆਪਣੀ ਉਹ ਲਿਖੀ ਸੀ, ਪਰ ਕਈ ਥਾਂ 'ਤੇ ਇਸ ਦੇ ਵਿੱਚ ਜੀ ਫਾਰਸੀ ਵਰਡਾਂ ਦੀ ਵੀ ਵਰਤੋਂ ਕੀਤੀ ਗਈ ਸੀ। ਜੋ ਫਾਰਸੀ ਲੈਂਗੁਏਜ ਹੈ ਉਸ ਦਾ ਵੀ ਇਸ ਦੇ ਵਿੱਚ ਯੂਜ਼ ਆਪਾਂ ਨੂੰ ਵੇਖਣ ਨੂੰ ਮਿਲਦਾ ਹੈ। ਇਸ ਵਿੱਚ ਜੀ ਬਾਬਰ ਦੇ ਮਰਨ ਦੇ ਬਾਅਦ ਜੋ ਉਸ ਨੂੰ ਕਾਬਲ ਦੇ ਵਿੱਚ ਦਫਨਾਇਆ ਜਾਣਾ, ਉਹ ਉਹਦੀ ਇੱਛਾ ਲਿਖੀ ਸੀ। ਬਾਬਰ ਨੇ ਇਸ ਦੇ ਵਿੱਚ ਲਿਖਿਆ ਸੀ ਕਿ ਜਦੋਂ ਉਹ ਮਰ ਜਾਵੇ ਤਾਂ ਉਸ ਨੂੰ ਕਾਬਲ ਦੇ ਵਿੱਚ ਦਫਨਾਇਆ ਜਾਵੇ। ਇਸੇ ਲਈ ਹੀ ਬਾਬਰ ਨੂੰ ਜੀ ਪਹਿਲਾਂ ਜੋ ਇਸ ਨੂੰ ਆਗਰਾ 'ਚ ਦਫਨਾ ਦਿੱਤਾ ਗਿਆ ਸੀ, ਬਾਅਦ ਦੇ ਵਿੱਚ ਉੱਥੋਂ ਕੱਢ ਕੇ ਹਿਮਾਯੂ ਦੇ ਦੁਆਰਾ ਬਾਬਰ ਦੀ ਆਖਰੀ ਇੱਛਾ ਪੂਰੀ ਕਰਨ ਲਈ ਉਸ ਨੂੰ ਕਾਬਲ ਦੇ ਵਿੱਚ ਦੁਬਾਰਾ ਤੋਂ ਜਾ ਕੇ ਦਫਨਾਇਆ ਜਾਂਦਾ ਹੈ। ਇਸ ਤਰ੍ਹਾਂ ਜੀ ਇੱਥੇ ਆਪਣਾ ਇਹ ਚੈਪਟਰ ਸਮਾਪਤ ਹੋਇਆ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖਿਆ ਕਿ ਬਾਬਰ ਨੇ ਕਿਸ ਤਰ੍ਹਾਂ ਆਪਣਾ ਜੀਵਨ ਸ਼ੁਰੂ ਕਰਿਆ, ਕਿਸ ਤਰ੍ਹਾਂ ਉਹ ਪਹਿਲਾਂ ਅਸਫਲ ਰਿਹਾ, ਫਿਰ ਉਸ ਨੇ ਇੰਨੀ ਸਫਲਤਾ ਪ੍ਰਾਪਤ ਕੀਤੀ ਕਿ ਭਾਰਤ ਦੇ ਵਿੱਚ ਉਸ ਨੇ ਇੱਕ ਨਵਾਂ ਸਾਮਰਾਜ ਸਥਾਪਿਤ ਕਰਤਾ, ਜੋ ਕਿ ਭਾਰਤ ਦਾ ਇੱਕ ਸਭ ਤੋਂ ਵੱਡਾ ਸਾਮਰਾਜ ਬਣਿਆ। ਇੱਥੇ ਜੇ ਇੱਕ ਤੁਸੀਂ ਵੀ ਥੋੜ੍ਹੀ ਜਿਹੀ ਸਿੱਖਿਆ ਲਓ ਕਿ ਆਪਾਂ ਲੋਕ ਕੀ ਹੈ ਜੀ, ਕੋਈ ਵੀ ਛੋਟੀ ਜਿਹੀ ਵੀ ਆਪਣੀ ਲਾਈਫ 'ਚ ਪ੍ਰੋਬਲਮ ਆ ਜਾਏ, ਕਿਤੇ ਆਪਾਂ ਅਸਫਲ ਹੋ ਜਾਈਏ ਤਾਂ ਆਪਾਂ ਉੱਥੇ ਜੀ ਢੇਰੀਆਂ ਢਾਹ ਦਿੰਦੇ ਹਾਂ। ਆਪਾਂ ਨੂੰ ਲੱਗਦਾ ਕਿ ਬਸ ਇਸ ਤੋਂ ਵੱਧ ਹੁਣ ਆਪਾਂ ਨਹੀਂ ਕਰਨਾ, ਜਾਂ ਆਪਾਂ ਕਹਿ ਦਿੰਦੇ ਹਾਂ ਕਿ ਜੀ ਰੱਬ ਨੇ ਸਾਡੇ ਨਾਲ ਇਹ ਕੀ ਕਰਤਾ, ਸਾਡੀ ਕਿਸਮਤ ਦੇ ਵਿੱਚ ਨਹੀਂ। ਤੁਸੀਂ ਦੇਖੋ ਕਿ ਇੱਥੇ ਜਦੋਂ ਬਾਬਰ ਸ਼ਾਸਕ ਬਣਿਆ ਤਾਂ ਉਸਨੇ ਆਪਣੇ ਸਟਾਰਟਿੰਗ ਦੇ ਵਿੱਚ ਜੀ ਲਗਾਤਾਰ ਉਹ ਅਸਫਲ ਰਿਹਾ। ਇਸ ਤੋਂ ਬਾਅਦ ਉਸਨੇ ਜੀ ਹੌਲੀ ਹੌਲੀ ਉਹਨਾਂ ਅਸਫਲਤਾਵਾਂ ਤੋਂ ਸਿੱਖਿਆ ਅਤੇ ਅੰਤ ਦੇ ਵਿੱਚ ਉਸਨੇ ਇੱਕ ਐਡਾ ਵੱਡਾ ਸਾਮਰਾਜ ਸਥਾਪਿਤ ਕਰ ਦਿੱਤਾ। ਇਸ ਤਰ੍ਹਾਂ ਆਪਾਂ ਨੂੰ ਵੀ ਜੀ ਆਪਣੀਆਂ ਗਲਤੀਆਂ ਜਾਂ ਆਪਣੀਆਂ ਕਮੀਆਂ ਤੋਂ ਸਿੱਖਣਾ ਚਾਹੀਦਾ ਅਤੇ ਉਹਨਾਂ ਨੂੰ ਇੰਪਰੂਵ ਕਰਨਾ ਚਾਹੀਦਾ। ਜੇ ਆਪਾਂ ਇਹੀ ਰੋਣੇ ਰੋਈ ਜਾਵਾਂਗੇ ਕਿ ਜੇ ਰੱਬ ਨੇ ਸਾਡੇ ਨਾਲ ਇਹ ਕੀ ਕਰਤਾ, ਅਤੇ ਰੱਬ ਨੂੰ ਤਾਂ ਕਿਸੇ ਨੇ ਦੇਖਿਆ ਨਹੀਂ, ਜਾਂ ਰੱਬ ਤਾਂ
ਮੈਂ ਤਾਂ ਮੰਨਦਾ ਕਿ ਰੱਬ ਹੈ ਹੀ ਨਹੀਂ, ਅਤੇ ਉਸ ਦੇ ਨਾਲ ਆਪਣੀ ਲਾਈਫ ਦੇ ਵਿੱਚ ਕੁਛ ਵੀ ਵਧੀਆ ਨਹੀਂ ਹੋਣ ਲੱਗਿਆ। ਖੁਦ ਦੀ ਜ਼ਿੰਦਗੀ ਖੁਦ ਨੂੰ ਬਣਾਉਣੀ ਪੈਂਦੀ ਹੈ, ਖੁਦ ਦੀ ਕਿਸਮਤ ਬੰਦੇ ਨੂੰ ਖੁਦ ਲਿਖਣੀ ਪੈਂਦੀ ਹੈ। ਇਸੇ ਲਈ ਨਾਕਾਮੀਆਂ ਤੋਂ ਡਰਨਾ ਨਹੀਂ ਚਾਹੀਦਾ, ਉਹਨਾਂ ਤੋਂ ਕੁਛ ਸਿੱਖਣਾ ਚਾਹੀਦਾ, ਅਤੇ ਦੁਬਾਰਾ ਤੋਂ ਆਪਾਂ ਨੂੰ ਹੋਰ ਵੀ ਜ਼ਿਆਦਾ ਜੋਸ਼ ਨਾਲ ਅੱਗੇ ਵਧਣਾ ਚਾਹੀਦਾ, ਅਤੇ ਆਪਣੀਆਂ ਗਲਤੀਆਂ ਨੂੰ ਜੀ ਦੁਬਾਰਾ ਦੁਹਰਾਉਣਾ ਨਹੀਂ ਚਾਹੀਦਾ। ਸਭ ਤੋਂ ਵੱਡੀ ਗੱਲ ਇਹ ਆ, ਗਲਤੀ ਕਰਨਾ ਕੋਈ ਵੱਡੀ ਗੱਲ ਨਹੀਂ, ਪਰ ਉਸ ਤੋਂ ਸਿੱਖਣਾ ਅਤੇ ਉਸ ਨੂੰ ਦੁਬਾਰਾ ਕਦੇ ਵੀ ਦੁਹਰਾਉਣਾ ਨਹੀਂ ਚਾਹੀਦਾ। ਇਹ ਹੀ ਤੁਹਾਨੂੰ ਇੱਕ ਵਧੀਆ ਵਿਅਕਤੀ ਬਣਾਉਂਦੀ ਹੈ। ਇੱਥੇ ਹੀ ਆਪਣਾ ਵੀਡੀਓ ਸਮਾਪਤ ਹੁੰਦੀ ਹੈ ਜੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਬਾਕੀ ਵੀਡੀਓ ਬਾਰੇ ਆਪਣੇ ਕਮੈਂਟਾਂ ਦੇ ਵਿੱਚ ਵਿਚਾਰ ਜ਼ਰੂਰ ਦੱਸ ਦੇਣਾ। ਥੈਂਕ ਯੂ ਫॉर ਵਾਚਿੰਗ ਪੰਜਾਬ ਐਜੂਕੇਸ਼ਨ।